ਸੀਗਾ ਮੇਰੇ ਸਾਰੇ ਦੋਸਤੋ। ਅੱਜ ਆਪਾਂ ਐਨਾਲਿਸਿਸ ਕਰਨ ਜਾ ਰਹੇ ਹਾਂ ਭਾਈ ਕੱਲ੍ਹ ਦੇ ਪੇਪਰ ਦਾ, ਜਿਹੜਾ ਪਹਿਲੀ ਸ਼ਿਫਟ ਦੇ ਵਿੱਚ ਹੋਇਆ ਸੀ। ਠੀਕ ਹੈ, ਜੇਕਰ ਤੁਸੀਂ ਕਹੋਗੇ ਮੈਂ ਸ਼ਾਮ ਵਾਲਾ ਵੀ ਕਰ ਦੂੰਗਾ, ਉਹ ਜੀ ਤੁਸੀਂ ਕਹੋਗੇ ਉਸ ਹਿਸਾਬ ਦੇ ਵਿੱਚ ਚੱਲਦਾ ਹੁੰਦਾ, ਤੁਹਾਨੂੰ ਪਤਾ ਹੀ ਹੈਗਾ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ, ਕਿਉਂਕਿ ਭਾਈ ਮੱਥਾ ਬਹੁਤ ਵੱਧਦਾ ਕੰਮ 'ਤੇ। ਠੀਕ ਹੈ, ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਅਤੇ ਚੈਨਲ ਨੂੰ ਆਪਣੇ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰ ਲਓ। ਬੱਚੇ ਦੇਖ ਬਹੁਤ ਰਹੇ ਅਤੇ ਸਬਸਕ੍ਰਾਈਬ ਬਹੁਤ ਘੱਟ ਕਰ ਰਹੇ ਨੇ। ਠੀਕ ਹੈ ਜੀ, ਅਤੇ ਰਿਜ਼ਲਟ ਆਪਣਾ ਵਧੀਆ ਆ ਰਿਹਾ ਪੇਪਰ ਦਾ। ਅਤੇ 1 ਤਰੀਕ ਤੋਂ ਆਪਣਾ ਬੈਚ ਸ਼ੁਰੂ ਹੈ, ਬਿਲਕੁਲ ਫ੍ਰੀ ਬੈਚ ਸ਼ੁਰੂ ਹੈਗਾ ਪੰਜਾਬ ਪੁਲਿਸ ਕਾਂਸਟੇਬਲ ਦਾ। ਠੀਕ ਹੈ, ਦੇਖੋ। ਅਤੇ ਸਭ ਤੋਂ ਪਹਿਲਾਂ ਪ੍ਰਸ਼ਨ ਆਇਆ ਆਪਣੇ ਕੋਲ, ਕਹਿੰਦੇ ਰਮਾ ਕੋਲ ਐਮ ਅਤੇ ਉਸਦੇ ਦੋਸਤ ਰਮਾ ਕੋਲ ਐਮ ਅਤੇ ਉਸਦੇ ਦੋਸਤ ਚੰਦਾ ਦੇ ਕੋਲ 80 ਰੁਪਈਏ ਹਨ। ਰਮਾ ਆਪਣੇ ਪੈਸੇ ਦਾ 12% ਖਰਚ ਕਰਦੀ ਹੈ ਅਤੇ ਚੰਦਾ ਵੀ ਉਨੀ ਹੀ ਰਕਮ ਖਰਚ ਕਰਦੀ ਹੈ ਜਿੰਨੀ ਰਮਾ ਨੇ ਕੀਤੀ ਹੈ। ਚੰਦਾ ਦੇ ਕਿੰਨੇ ਪ੍ਰਤੀਸ਼ਤ ਆਪਣੇ ਪੈਸੇ ਖਰਚ ਕੀਤੇ? ਦੇਖੋ, ਜਮਾ ਸੌਖਾ ਪ੍ਰਸ਼ਨ ਹੈ। ਰਮਾ ਦੇ ਕੋਲ ਰਮਾ ਦੇ ਕੋਲ ਕਿੰਨੇ ਰੁਪਏ ਹੈ? ਐਮ। ਅਤੇ ਉਸਦੇ ਦੋਸਤ ਚੰਦਾ ਦੇ ਕੋਲ ਕਿੰਨੇ ਰੁਪਏ ਹੈ? ਚੰਦਾ ਦੇ ਕੋਲ ਹੈਗਾ 80 ਰੁਪਏ। ਠੀਕ ਹੈ, ਮੰਨ ਲਓ ਰਮਾ ਕੋਲ 100 ਰੁਪਏ ਹੈ। 100 ਦੇ ਵਿੱਚ ਉਹਨੇ 12% ਖਰਚ ਕਰਤਾ, ਮਗਰ ਕਿੰਨਾ ਰਹਿ ਗਿਆ ਇਹਦੇ ਕੋਲ? 88%। ਠੀਕ ਹੈ, 12% ਖਰਚ ਕਰ ਰਹੀ ਹੈ ਉਹ। ਕਹਿੰਦੇ ਚੰਦਾ ਕੋਲ ਵੀ ਉਨੀ ਰਕਮ ਹੈ, 100 ਰੁਪਏ ਉਹਦੇ ਕੋਲ ਹੈ, ਉਨਾ ਖਰਚ ਉਹ ਕਰ ਰਹੀ ਹੈ, ਤਾਂ ਉਹਦੇ ਕੋਲ ਕਿੰਨੇ ਬਚ ਗਏ? 12 ਬਚ ਗਏ। ਠੀਕ ਹੈ ਜੀ, ਉਹਦੇ ਕੋਲ ਕਿੰਨੇ ਬਚ ਗਏ? ਉਹਦੇ ਕੋਲ 12 ਬਚ ਗਏ। ਜਿਹਦਾ ਖਰਚ ਕੱਢਣਾ ਸੀ ਉਹ ਆਪਾਂ ਕੱਢ ਲਿਆ। ਠੀਕ ਹੈ ਜੀ, ਤਾਂ ਇਹਦਾ ਆਨਸਰ ਆ ਗਿਆ ਸੀ ਭਾਈ ਆਪਣੇ ਕੋਲ 12m/c। ਦੇਖੋ, ਠੀਕ ਹੈ, ਸੇਮ ਟੂ ਸੇਮ। ਇਸ ਤੋਂ ਬਾਅਦ ਗੱਲ ਕਰਦੇ ਆਪਾਂ ਦੂਸਰੇ ਦੀ। ਦੂਸਰਾ ਤੁਹਾਨੂੰ ਬਹੁਤ ਵਾਰੀ ਕਰਵਾਇਆ ਹੋਇਆ, ਦੂਸਰਾ ਤੁਹਾਨੂੰ ਬਹੁਤ ਵਧੀਆ ਟ੍ਰਿਕ ਨਾਲ ਕਰਵਾਇਆ ਸੀ। ਦੂਜਾ ਕਿਵੇਂ ਕਰਵਾਇਆ ਸੀ ਤੁਹਾਨੂੰ ਮੈਂ ਦੱਸੋ? AB/BC ਕਰਵਾਇਆ ਸੀ ਕਿ ਨਹੀਂ ਕਰਵਾਇਆ ਸੀ? ਅਤੇ AB ਦੀ ਵੈਲੂ ਕਿੰਨੀ ਹੈ? 2:3। ਅਤੇ BC ਦੀ ਵੈਲੂ ਕਿੰਨੀ ਹੈ? 1:2। ਇਹਨੂੰ ਕਿਹਾ ਸੀ ਗੁਣਾ ਕਰ ਦਿਓ। ਇਹਦੀ 2 ਨਾਲ ਗੁਣਾ ਕਰਤੀ, ਇਹਦੀ 3 ਨਾਲ ਗੁਣਾ ਕਰਤੀ, ਇਹਦੇ ਨਾਲ ਗੁਣਾ ਕਰਤੀ। ਕਿੰਨਾ ਆ ਗਿਆ? A ਦੀ ਵੈਲੂ, B ਦੀ ਵੈਲੂ, C ਦੀ ਵੈਲੂ, ਤਿੰਨਾਂ ਦੀ ਵੈਲੂ ਆ ਗਈ 2, 3, 6। ਇਹਦੇ ਬਾਅਦ ਪੁੱਛਿਆ ਨੇ C ਅਤੇ D ਦੀ। C ਅਤੇ D ਆਪ ਆ, ਇਹਦੀ ਕਿੰਨੀ ਹੈ? 3, 5। ਅਤੇ DE ਦੀ ਕਿੰਨੀ ਹੈ? 2, 5। 3 ਦੂਣੀ 6, 5 ਦੂਣੀ 10, 5 5 25। ਦੇਖੋ, ਆਹ C ਦੀ ਵੈਲੂ ਇੱਥੇ ਵੀ ਸੇਮ ਆ ਗਈ, ਇੱਥੇ ਵੀ ਆ ਗਈ, ਆਹ D ਦੀ ਆ ਗਈ, ਆਹ E ਦੀ ਆ ਗਈ, ਸਾਰਿਆਂ ਦੀ ਵੈਲੂ ਆ ਗਈ। ਆਪਾਂ ਨੂੰ ਕਿਹਨੀ ਕਿਹਨੀ ਪਤਾ ਕਰਨ ਨੂੰ ਕਿਹਾ ਨੇ? A+B। A+B ਕਿੱਥੇ ਪਿਆ? ਆ ਪਿਆ। ਕਿੰਨੀ ਹੋ ਗਈ A+B ਦੀ ਵੈਲੂ? 5। ਇਹ ਤੋਂ ਬਾਅਦ ਇਸ ਤੋਂ ਬਾਅਦ ਆਪ ਹੀ ਹੈ ਇਹਦੀ D ਅਤੇ E ਦੀ, ਇਹ ਕਿੰਨੀ ਹੋ ਗਈ? 35। ਇਹਨੂੰ ਕੱਟਾਂਗੇ 1:7 ਭਾਈ, ਇਹਦਾ ਆਨਸਰ ਆ ਜਾਊਗਾ C ਨੰਬਰ ਆਪਸ਼ਨ। ਠੀਕ ਹੈ, ਕਰਵਾਇਆ ਹੋਇਆ ਇਹ। ਇਸ ਤੋਂ ਬਾਅਦ ਲੜੀ ਦੱਸਣੀ ਆਪਾਂ, ਲੜੀ ਸਹੀ ਹੈ ਕਿ ਨਹੀਂ। 3 ਅਤੇ 8 ਦੇ ਵਿੱਚ ਕਿੰਨਾ ਫਰਕ ਪੈ ਰਿਹਾ? 5 ਦਾ। 8 ਅਤੇ 15 ਦੇ ਵਿੱਚ ਕਿੰਨਾ ਫਰਕ ਪੈ ਰਿਹਾ? 7 ਦਾ। 15 ਅਤੇ 24 ਦੇ ਵਿੱਚ ਕਿੰਨਾ ਫਰਕ ਪੈ ਰਿਹਾ? 9 ਦਾ। ਇੱਥੇ ਫਰਕ ਪੈ ਰਿਹਾ ਹੈਗਾ 10 ਦਾ। ਇਹ ਕਲੀ ਵਾਲੀ ਰਕਮ ਚੱਲ ਰਹੀ ਸੀ 5, 7, 9, ਇੱਥੇ ਫਰਕ ਆਉਣਾ ਸੀ 11 ਦਾ। ਪਰ ਇਹ 11 ਦਾ ਨਾਂ ਦੇ ਕੇ ਇੱਥੇ ਇਹਨਾਂ ਨੇ 34 ਦਾ ਦੇਤਾ, ਤਾਂ ਇੱਥੇ ਆਨਸਰ ਆ ਗਿਆ 34 ਨੰਬਰ ਆਨਸਰ। ਇੱਥੋਂ ਇੱਕ ਨੰਬਰ ਗਲਤ ਹੋ ਜਾਂਦਾ। ਇਸ ਤੋਂ ਬਾਅਦ ਅਗਲਾ ਕਹਿੰਦੇ ਇੱਕ ਵਸਤੂ ਦੀ ਕੀਮਤ ਹਰ ਸਾਲ 12% ਘੱਟ ਜਾਂਦੀ ਹੈ। ਠੀਕ ਹੈ, ਇੱਕ ਵਸਤੂ ਹੈ, ਉਹਦੀ ਕੀਮਤ ਹੈ ਜਿਹੜੀ ਹਰ ਸਾਲ 12% ਘੱਟ ਜਾਂਦੀ ਹੈ, ਅਤੇ 3 ਸਾਲਾਂ ਬਾਅਦ ਉਸ ਵਸਤੂ ਦਾ ਮੁੱਲ ਕੀ ਹੋਵੇਗਾ ਜੇ ਵਸਤੂ ਦੀ ਅਸਲ ਕੀਮਤ ਇੰਨੇ ਰੁਪਏ ਹੈ? ਠੀਕ ਹੈ, ਜਿੰਨੇ ਰੁਪਏ ਹੈ 5 ਲੱਖ ਰੁਪਏ। ਦੇਖੋ, ਇਸ ਨੂੰ ਟ੍ਰਿਕ ਨਾਲ ਕਰਵਾਇਆ ਵਾ। ਕਿੰਨੀ ਕੀਮਤ ਵਸਤੂ ਦੀ ਕਿੰਨੀ ਘੱਟ ਜਾਂਦੀ ਹੈ? 100 ਵਸਤੂ ਮੰਨਦੇ ਹੁੰਦੇ ਆਪਾਂ ਹਰੇਕ, ਉਹ 'ਚੋਂ 12% ਘੱਟ ਕੇ ਕਿੰਨੀ ਰਹੇਗੀ? 88% ਰਹੇਗੀ। ਕਿੰਨੇ ਸਾਲ ਘੱਟਦੀ ਰਹੀ ਹੈ ਇਹ? 3 ਸਾਲ ਘੱਟਦੀ ਰਹੀ ਹੈ। ਠੀਕ ਹੈ, ਇਹ ਵੱਡੀ ਰਕਮ ਨੂੰ ਆਪਾਂ ਛੋਟੀ ਰਕਮ ਬਣਾ ਲੈਂਦੇ, ਇਹਨੂੰ ਕੱਟ ਦਿੰਦੇ ਹੁੰਦੇ ਆ। 50 ਨਾਲ 44 ਕੱਟਿਆ ਗਿਆ, 25 ਅਤੇ 22। ਠੀਕ ਹੈ, ਹੁਣ ਆਪਾਂ ਲਿਖ ਲਈਏ ਪਹਿਲੇ ਸਾਲ 25 ਤੋਂ 22 ਹੋ ਗਈ, ਦੂਸਰੇ ਸਾਲ ਵੀ 25 ਤੋਂ 22 ਹੋ ਗਈ, ਤੀਸਰੇ ਸਾਲ ਵੀ 25 ਤੋਂ 22 ਹੋ ਗਈ। ਟੋਟਲ ਕਿੰਨੀ ਬਣ ਗਈ ਇਹ? 156 25, ਅਤੇ ਇੱਧਰ ਬਣ ਗਈ 10,648। ਇਹ ਤੋਂ ਪਤਾ ਲੱਗ ਗਈ ਇੰਨੇ ਰੁਪਈਆਂ ਦੀ ਚੀਜ਼ ਸੀ, ਘਟਦੀ ਉਹ ਕਿੰਨੇ ਦੀ ਘਟ ਗਈ? ਇੰਨੇ ਦੀ ਹੋ ਗਈ। ਠੀਕ ਹੈ, ਘਟਦੀ ਉਹ ਇੰਨੇ ਦੀ ਹੋ ਗਈ। ਕਹਿੰਦੇ ਅਸਲ ਮੁੱਲ ਪਤਾ ਕਰਨਾ ਗਾ ਨਾ, 3 ਸਾਲਾਂ ਵਿੱਚ ਵਸਤੂ ਦਾ ਮੁੱਲ ਕੀ ਹੋਵੇਗਾ? ਹਾਂ, ਵਸਤੂ ਦਾ ਮੁੱਲ ਕਿੰਨਾ ਰਹਿ ਜੂਗਾ? ਅਸਲ ਮੁੱਲ ਕਿੰਨਾ ਸੀ ਉਹਦਾ? 5 ਲੱਖ। ਤਾਂ 15,625 ਨੂੰ ਜਦੋਂ 5 ਲੱਖ 'ਤੇ ਵੰਡਾਂਗੇ ਤਾਂ ਇੱਥੇ ਆ ਜਾਊਗਾ 32। ਕਹਿਣ ਦਾ ਮਤਲਬ ਕਿ ਜਦੋਂ 15,625 ਦੀ ਗੁਣਾ 32 ਨਾਲ ਕਰ ਦੇਣਾ, ਇੰਨਾ ਆਨਸਰ ਆ ਜਾਊਗਾ 5 ਲੱਖ ਆ ਜਾਊਗਾ। ਉਵੇਂ ਜਿਵੇਂ ਜਿਹੜਾ ਆਹ ਮੁੱਲ ਘਟਿਆ ਸੀ ਇਹਦੀ ਗੁਣਾ 32 ਨਾਲ ਕਰ ਦਿਓ, ਅਤੇ ਇੱਥੇ ਆ ਜਾਊਗਾ ਭਾਈ ਆਪਣੇ ਕੋਲ ਆਨਸਰ 340,736। ਠੀਕ ਹੈ, ਕਰਵਾਇਆ ਹੋਇਆ। ਇਹਦਾ ਆਨਸਰ ਆ ਗਿਆ D ਨੰਬਰ ਆਪਸ਼ਨ। ਇਸ ਤੋਂ ਬਾਅਦ ਰਮੇਸ਼ ਨੇ ਕੀ ਕਰਿਆ? ਰਮੇਸ਼ ਨੇ 900 ਰੁਪਏ ਦੀ ਲਾਗਤ ਨਾਲ 2 ਸਾਈਕਲ ਖਰੀਦ ਲਏ। ਇੱਕ ਇਸ ਦੀ ਲਾਗਤ 4.5 ਹਿੱਸੇ 'ਤੇ
ਦੂਜੇ ਹਿੱਸੇ ਦੀ ਸੀ ਲਾਗਤ 5/4 ਵੇਚ ਕੇ ਉਸਨੇ ਪੂਰੇ ਲੈਣ ਦੇਣ ਦੇ ਵਿੱਚ 90% ਲਾਭ ਕਮਾ ਲਿਆ। ਘੱਟ ਕੀਮਤ ਵਾਲੇ ਸਾਈਕਲ ਦੀ ਕੀਮਤ ਦੱਸੋ ਕਿੰਨੀ ਹੈ। ਦੇਖੋ 900 ਰੁਪਏ ਦੇ ਵਿੱਚ 2 ਸਾਈਕਲ ਖਰੀਦੇ ਨੇ, ਇੱਕ ਦਿਨ ਨੂੰ ਕਿੰਨਾ ਲਾਭ ਹੋਇਆ 4.5। ਕਹਿੰਦਾ ਮਤਲਬ 5 ਰੁਪਈਆਂ ਦੀ ਚੀਜ਼ ਨੇ 4 ਰੁਪਈਆਂ ਦੀ ਵੇਚਤੀ। ਸਮਝ ਗਏ ਤੁਸੀਂ? 5 ਰੁਪਈਆਂ ਦੀ ਚੀਜ਼ ਨੇ 4 ਰੁਪਈਆਂ ਦੀ ਵੇਚਤੀ। ਜਿਹੜੀ ਥੱਲੇ 5 ਹਿੱਸਾ ਹੁੰਦਾ, ਟੋਟਲ ਹਿੱਸਾ ਹੁੰਦਾ, ਇਹਨੂੰ ਆਪਾਂ ਹਮੇਸ਼ਾ 100 ਮੰਨਦੇ ਹੁੰਦੇ ਹਾਂ। ਕਹਿੰਦਾ ਮਤਲਬ 100 ਵਾਲੀ ਚੀਜ਼ ਇਹਨੇ ਕਿੰਨੇ ਦੀ ਵੇਚਤੀ 80 ਰੁਪਈਆਂ ਦੀ ਵੇਚਤੀ। ਤੇ ਇਹਨੂੰ ਕਿੰਨੀ ਹਾਨੀ ਹੋ ਗਈ 20 ਦੀ ਹਾਨੀ ਹੋ ਗਈ। ਠੀਕ ਹੈ। ਇਸ ਤੋਂ ਬਾਅਦ ਜਿਹੜੀ ਦੂਸਰੀ ਚੀਜ਼ ਵੇਚੀ ਇਹਨੇ ਵੇਚੀ 5/4। ਕਹਿੰਦਾ ਮਤਲਬ 4 ਵਾਲੀ ਚੀਜ਼ ਇਹਨੇ ਕਿੰਨੇ ਦੀ ਵੇਚਤੀ 5 ਦੀ ਵੇਚਤੀ। ਜਿਹੜੀ ਥੱਲੇ ਵਾਲੀ ਚੀਜ਼ ਹੁੰਦੀ ਹੈ ਉਹ ਆਪਾਂ 100 ਮੰਨਦੇ ਹੁੰਦੇ ਹਾਂ। ਤੇ ਇੱਕ ਹਿੱਸਾ ਕਿੰਨੇ ਦਾ ਹੋ ਗਿਆ 25 ਦਾ, ਤਾਂ ਕਿੰਨਾ ਆ ਜਾਊਗਾ 125। ਇੱਥੇ ਕਿੰਨਾ ਲਾਭ ਹੋ ਗਿਆ ਇਹਨੂੰ 25 ਦਾ। ਇੱਥੇ 20 ਦੀ ਹਾਨੀ ਹੋਈ ਸੀ, ਇੱਥੇ 25 ਦਾ ਲਾਭ ਹੋ ਗਿਆ। ਠੀਕ ਹੈ। ਇਸ ਤੋਂ ਬਾਅਦ ਕੀ ਕੀਤਾ ਇਹਨੇ ਕਮਾਇਆ ਉਹਦਾ 10% ਹਿੱਸਾ ਕਮਾਇਆ ਗਾ। 90 ਦਾ 900 ਦਾ 10% ਹਿੱਸਾ ਕਿੰਨਾ ਹੁੰਦਾ ਗਾ 90 ਰੁਪਏ ਉਹਨੇ ਕੀ ਕਰਾਇਆ ਲਾਭ ਕਮਾ ਲਿਆ। ਠੀਕ ਹੈ। ਕਹਿੰਦਾ ਉਹਨੇ ਕਿੰਨਾ ਹਿੱਸਾ ਲਾਭ ਕਮਾ ਲਿਆ 10। ਤਾਂ ਇਹ ਹੁੰਦਾ ਮਿਕਸਚਰ ਵਾਲਾ ਫਾਰਮੂਲਾ। 10 ਦੇ ਵਿੱਚੋਂ ਜਿਹੜੀ ਤਾਂ ਮਾਈਨਸ ਵਾਲੀ ਹੁੰਦੀ ਹੈ ਉਹ ਜੁੜ ਜਾਂਦੀ ਹੁੰਦੀ ਹੈ, ਜਿਹੜੀ ਜੋੜ ਵਾਲੀ ਹੁੰਦੀ ਹੈ ਉਹ ਘਟ ਜਾਂਦੀ ਹੁੰਦੀ ਹੈ। ਤਾਂ 25 ਚੋਂ 10 ਘਟਾਏ ਕਿੰਨੇ ਰਹਿ ਗਏ 15। 20 ਦੇ ਵਿੱਚ 10 ਜੋੜੇ ਇੱਧਰ ਬਣ ਗਏ 30। ਤਾਂ ਇਹ ਬਣ ਗਿਆ 1:2। ਕਿੰਨੇ ਹਿੱਸੇ ਹੋ ਗਏ ਟੋਟਲ 3 ਹਿੱਸੇ ਹੋ ਗਏ। 3 ਹਿੱਸੇ ਕਾਹਦੇ ਬਰਾਬਰ ਹੈ ਆ ਪਿਆ 900 ਦੇ ਬਰਾਬਰ ਹੈ। ਇੱਕ ਹਿੱਸਾ ਕਾਹਦੇ ਬਰਾਬਰ ਹੋ ਗਿਆ 300 ਦੇ ਬਰਾਬਰ ਹੋ ਗਿਆ। ਕਹਿੰਦਾ ਮਤਲਬ ਕਿ ਇੱਕ ਚੀਜ਼ ਤਾਂ ਇੱਕ ਹਿੱਸੇ 'ਚ ਵੇਚੀ ਗਈ ਹੈ, ਇੱਕ ਚੀਜ਼ ਦਾ ਮੁੱਲ 2 ਹਿੱਸੇ ਹੈ। ਅਤੇ ਇੱਕ ਦਾ ਮੁੱਲ ਆ ਗਿਆ 300, ਦੂਸਰੀ ਦਾ ਆ ਗਿਆ ਦੂਜੀ 2 ਹਿੱਸੇ ਹੈ, ਇੱਕ ਹਿੱਸੇ ਦੀ ਵੈਲੂ 300 ਆ ਅਤੇ ਇਹਦਾ ਆ ਗਿਆ 600। ਤਾਂ ਇੱਥੋਂ ਇਹ ਚੀਜ਼ ਕਨਫਰਮ ਹੋ ਗਈ ਜਿਹੜੀ ਘੱਟ ਮੁੱਲ ਵਾਲੀ ਚੀਜ਼ ਆ ਉਹਦਾ ਰੇਟ ਹੈਗਾ 300, ਜੇ ਵੱਧ ਵਾਲੀ ਪੁੱਛ ਲੈਂਦੇ ਉਹਦਾ ਹੈਗਾ ਸੀ 600। ਠੀਕ ਹੈ। ਇਹ ਆ ਗਿਆ ਆਨਸਰ। ਇਸ ਤੋਂ ਬਾਅਦ ਅਗਲਾ ਕਹਿੰਦੇ ਏ ਬੀ ਦੀ ਉਮਰ, ਏ ਅਤੇ ਬੀ ਦੀ ਮੌਜੂਦਾ ਉਮਰ ਕਿੰਨੀ ਹੈ 45 ਹੈ। ਏ ਅਤੇ ਬੀ ਦੀ ਮੌਜੂਦਾ ਉਮਰ 4:5 ਹੈ। 18 ਸਾਲ ਪਹਿਲਾਂ ਉਹਨਾਂ ਦੀ ਉਮਰ ਦਾ ਅਨੁਪਾਤ ਕਿੰਨਾ ਸੀ 11:6। 18 ਸਾਲ ਪਹਿਲਾਂ। ਠੀਕ ਹੈ। ਉਹਨਾਂ ਦੀ ਉਮਰ ਦਾ ਅਨੁਪਾਤ ਕਿੰਨਾ ਸੀ 11:6। ਇਹ ਸਵਾਲ 'ਚ ਨਾ ਉਲਝ ਕੇ ਆਪਾਂ ਠੀਕ ਹੈ ਇਹਨੂੰ ਬਹੁਤ ਸੌਖੇ ਤਰੀਕੇ ਨਾਲ ਹੱਲ ਕਰਾਂਗੇ। ਉਹ ਸੌਖਾ ਤਰੀਕਾ ਕਿਹੜਾ ਗਾ ਦੇਖੋ, ਜੇ ਆਪਾਂ ਆਏ ਉਲਝ ਕੇ ਫਿਰ ਤਾਂ ਬੜਾ ਫਰਕ ਪੈ ਜਾਊਗਾ ਆਪਣੇ 'ਚ। ਠੀਕ ਹੈ। ਫਿਰ ਤਾਂ ਆਪਾਂ ਇਹ ਸਮਝ ਲਓ ਕਿ ਬਹੁਤ ਜ਼ਿਆਦਾ ਉਲਝ ਜਾਵਾਂਗੇ। ਤਾਂ ਆਪਾਂ ਉਲਝਣਾ ਨਹੀਂ ਹੈਗਾ ਪੇਪਰ ਦੇ ਵਿੱਚ। ਇੱਥੋਂ ਚੀਜ਼ ਦਾ ਅੰਦਾਜ਼ਾ ਲਾ ਲਓ ਕਿ ਜੋਗ ਪਤਾ ਕਰਨ ਨੂੰ ਕਿਹਾ ਨਾ, ਜੋਗ ਕਿੰਨਾ ਆ ਜਾਊਗਾ। ਜੋਗ ਇੱਥੇ ਆਊਗਾ 9 ਦਾ ਹਿੱਸਾ, 9 ਦਾ ਟੋਟਾ ਆਊਗਾ। 5 ਤੇ +9 ਕਿੰਨੇ ਹੁੰਦੇ ਆ 5 ਤੇ 4 9 ਹੁੰਦੇ ਆ। ਠੀਕ ਹੈ। 9 ਇਹਨਾਂ ਦੇ ਵਿੱਚ ਕਿਹੜੀ ਸੰਖਿਆ 'ਤੇ ਵੰਡਿਆ ਜਾਂਦਾ ਤਾਂ 9 ਵੰਡਿਆ ਜਾਂਦਾ 90 'ਤੇ। ਬਾਅਦ ਤੁਸੀਂ ਡਾਇਰੈਕਟ ਲਾ ਲਓ। ਇਹ ਚੀਜ਼ਾਂ ਤੁਹਾਨੂੰ ਆਉਣ ਲੱਗਣਗੀਆਂ ਪ੍ਰੈਕਟਿਸ ਦੇ ਨਾਲ। ਠੀਕ ਹੈ। ਇਹ ਚੀਜ਼ਾਂ ਆਉਣ ਲੱਗਣਗੀਆਂ ਪ੍ਰੈਕਟਿਸ ਦੇ ਨਾਲ। ਜੇ ਤਾਂ ਆਪਾਂ ਊਂ ਕਰ ਲਾਂਗੇ ਫਿਰ ਤਾਂ ਆਪਾਂ ਬਾਹਲਾ ਉਲਝ ਜਾਂਗੇ ਯਾਰ। ਠੀਕ ਹੈ ਪੁੱਤਰੋ। ਫਿਰ ਆਪਾਂ ਤੋਂ ਸਵਾਲ ਨਹੀਂ ਨਿਕਲਣੇ ਜੇ ਆਪਾਂ ਦੂਸਰੇ ਲੋਟ 'ਤੇ ਆ ਗਏ। ਠੀਕ ਹੈ। ਇਸ ਤੋਂ ਬਾਅਦ ਅਗਲਾ ਕਹਿੰਦੇ ਇੱਕ ਪ੍ਰੀਖਿਆ ਦੇ ਵਿੱਚ 80% ਵਿਦਿਆਰਥੀ ਠੀਕ ਹੈ। ਇੱਕ ਪ੍ਰੀਖਿਆ ਦੇ ਵਿੱਚ 80% ਵਿਦਿਆਰਥੀ ਭੌਤਿਕ ਵਿਗਿਆਨ ਦੇ ਵਿੱਚ 70% ਅੰਕ ਪ੍ਰਾਪਤ ਕਰਦੇ ਆ ਅਤੇ ਜਿਹੜੇ ਬਾਕੀ ਵਿਦਿਆਰਥੀ ਰਹਿ ਗਏ ਉਹ 15%, 80% ਭੌਤਿਕ ਵਿਗਿਆਨ ਦੇ ਵਿੱਚੋਂ ਅਤੇ 70% ਰਸਾਇਣਿਕ ਵਿਗਿਆਨ ਦੇ ਵਿੱਚੋਂ ਪਾਸ ਹੋ ਜਾਂਦੇ ਆ। 15% ਵਿਅਕਤੀ ਦੋਨੇ ਵਿਸ਼ਿਆਂ ਦੇ ਵਿੱਚੋਂ ਅਸਫਲ ਰਹਿੰਦੇ ਆ। ਠੀਕ ਹੈ। ਇਹ ਚੀਜ਼ ਕੱਢਣੀ ਆਪਾਂ। ਇਹ ਚੀਜ਼ ਆਪਾਂ ਕਿਵੇਂ ਕੱਢਾਂਗੇ ਪਹਿਲਾਂ ਤਾਂ 70 ਅਤੇ 80 ਨੂੰ ਜੋੜੋ। ਇੱਕ ਪਾਸੇ ਹੋ ਗਿਆ 70, ਇੱਕ ਪਾਸੇ ਹੋ ਗਿਆ 80। ਠੀਕ ਹੈ। ਇਹ ਚੀਜ਼ ਕਰਨੀ ਆਪਾਂ ਸਭ ਤੋਂ ਪਹਿਲਾਂ। ਜਦੋਂ ਆਪਾਂ ਇਹ ਚੀਜ਼ ਭਾਈ ਕਰ ਲਈ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਕਿਉਂਕਿ ਇਹ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਆਪਰੇਸ਼ਨ ਬਹੁਤ ਇੰਪੋਰਟੈਂਟ ਬਣ ਜਾਂਦਾ। ਠੀਕ ਹੈ। 80 ਅਤੇ 70 ਕਿੰਨੇ ਹੋ ਗਏ 80 ਅਤੇ 70 ਹੋ ਗਏ 150। 80 ਅਤੇ 70 ਹੋ ਗਏ 150। ਠੀਕ ਹੈ। ਇਹਦਾ ਅਲੱਗ ਰੱਖ ਲਓ। ਇਸ ਤੋਂ ਬਾਅਦ ਜਿਹੜੇ 15% ਵਿਦਿਆਰਥੀ ਆ ਉਹ ਅਸਫਲ ਹੋ ਗਏ। 100 ਦੇ ਵਿੱਚੋਂ 15% ਅਸਫਲ ਹੋ ਗਏ। ਮਗਰ ਕਿੰਨੇ ਰਹਿ ਗਏ 85%। ਤਾਂ 150 ਦੇ ਵਿੱਚੋਂ 85 ਘਟਾ ਦਿੰਦੇ ਆਪਾਂ ਕਿੰਨੇ ਬਚ ਜਾਣਗੇ ਮਗਰ 5, 14 ਦੇ ਵਿੱਚੋਂ 6। ਠੀਕ ਹੈ। ਇਹ ਆ ਗਿਆ ਆਪਣੇ ਕੋਲ 65%। ਠੀਕ ਹੈ। ਇਹ ਆ ਗਿਆ ਆਪਣੇ ਕੋਲ 65%। 65% ਕਾਹਦੇ ਬਰਾਬਰ ਹੈ 325 ਦੇ ਬਰਾਬਰ ਹੈ। ਠੀਕ ਹੈ। 65% ਹੈਗਾ 325 ਦੇ ਬਰਾਬਰ। ਤਾਂ ਹੁਣ ਆਪਾਂ ਕੀ ਕਰਾਂਗੇ 65 ਨੂੰ ਵੰਡ ਕੇ ਦੇਖਦੇ ਹਾਂ 325 ਨਾਲ। 325 ਭਾਗ 65 ਕਰਿਆ ਇਹ ਆ ਗਿਆ ਆਪਣੇ ਕੋਲ 5। 1% ਦੀ ਵੈਲੂ ਕਿੰਨੀ ਆ ਗਈ 5 ਆ ਗਈ। ਟੋਟਲ ਬੱਚੇ ਪੁੱਛੇ ਇਹਨਾਂ ਨੇ 100 ਗੁਣਾ 5 ਕਰਾਂਗੇ ਤਾਂ 500 ਪਤਾ ਲੱਗ ਗਿਆ ਕਿ ਟੋਟਲ ਬੱਚੇ ਕਿੰਨੇ ਆ 500। ਇਸ ਤੋਂ ਬਾਅਦ ਅਗਲਾ ਮੁਕੇਸ਼ ਅਤੇ ਮੀਨਾ ਦੀ ਮੌਜੂਦਾ ਤਨਖਾਹ ਇੰਨੀ ਹੈ।
ਠੀਕ ਹੈ। ਮੁਕੇਸ਼ ਅਤੇ ਮੀਨਾ 18:10, 18:16, ਇਹਨੂੰ ਕੱਟ ਦਿਓ ਆਪਸ ਦੇ ਵਿੱਚ, ਛੋਟਾ ਕਰ ਲਓ, 9:8 ਆ ਗਿਆ। ਇਸ ਤੋਂ ਬਾਅਦ ਹਰੇਕ ਸਾਲ ਉਹਨਾਂ ਦੀ ਤਨਖਾਹ ਦੇ ਵਿੱਚ ਜੋ 10,000 ਵਾਧਾ ਹੋ ਜਾਂਦਾ, ਠੀਕ ਹੈ, ਹਰੇਕ ਸਾਲ ਉਹਦੀ ਤਨਖਾਹ ਦੇ ਵਿੱਚ 10 ਤਾਂ ਅਨੁਪਾਤ ਕਿੰਨਾ ਬਣ ਗਿਆ, 11:10 ਬਣ ਗਿਆ। ਠੀਕ ਹੈ, 11 ਕਿੰਨਾ ਫਰਕ ਪੈ ਗਿਆ ਇੱਥੇ 2 ਦਾ, ਇੱਥੇ ਵੀ 2 ਦਾ ਫਰਕ ਪੈ ਗਿਆ। ਠੀਕ ਹੈ, 9 ਤੋਂ 11 ਹੋ ਗਈ, 8 ਤੋਂ 10 ਹੋ ਗਈ। ਦੋਨਾਂ ਦੀ ਤਨਖਾਹਾਂ ਦੇ ਵਿੱਚ 2 ਹਿੱਸੇ ਵੱਧ ਗਏ, 2 ਹਿੱਸੇ ਵਧਣ ਦਾ ਕਿੰਨਾ ਫਰਕ ਪੈ ਗਿਆ, 10,000 ਦਾ ਫਰਕ ਪੈ ਗਿਆ। ਇੱਕ ਹਿੱਸੇ ਦੇ ਵਿੱਚ ਕਿੰਨੇ ਰੁਪਏ ਆ ਗਏ, 5,000 ਰੁਪਏ ਆ ਗਏ। ਇਹਨਾਂ ਨੇ ਪੁੱਛਿਆ ਮੀਨਾ ਦੀ ਮੌਜੂਦਾ ਤਨਖਾਹ, ਜੇ ਤਾਂ ਪੁੱਛਣਾ ਤੇ ਇਹ ਪਹਿਲਾਂ ਦੀ ਤਨਖਾਹ, ਕਿ ਪਹਿਲਾਂ ਦੀ ਤਨਖਾਹ ਕਿੰਨੀ ਸੀ, ਫਿਰ ਤਾਂ ਆ ਜਾਂਦਾ 40,000। ਪਰ ਇਹਨਾਂ ਨੇ ਪੁੱਛਿਆ ਨਵਾਂ ਅਨੁਪਾਤ ਇੰਨਾ ਮਾਨਾ, ਨਵਾਂ ਅਨੁਪਾਤ ਨਹੀਂ ਪੁੱਛਿਆ। ਠੀਕ ਹੈ, ਇਹਨਾਂ ਨੇ ਮੌਜੂਦਾ ਹੀ ਪੁੱਛ ਲਈ। ਠੀਕ ਹੈ, ਅਤੇ ਇੱਥੇ ਮੌਜੂਦਾ ਤਨਖਾਹ ਦਿੱਤੀ ਵੀ ਸੀ, ਜਿਹੜੀ ਮੌਜੂਦਾ ਤਨਖਾਹ ਫਿਰ 40,000 ਹੀ ਆਨਸਰ ਆ ਜਾਊਗਾ ਇਹਦਾ। ਠੀਕ ਹੈ, ਓਕੇ ਜੀ। ਜੇ ਨਵਾਂ ਹੀ ਪੁੱਛ ਲੈਣੀ, ਨਵੀਂ 50,000 ਆ ਜਾਂਦੀ। ਇਸ ਤੋਂ ਬਾਅਦ ਆਹ ਪ੍ਰਸ਼ਨ ਤੁਹਾਨੂੰ ਬਹੁਤ ਵਾਰੀ ਕਰਵਾਇਆ ਹੋਇਆ। ਮੈਂ ਤੁਹਾਨੂੰ ਕਿਹਾ ਸੀ ਨਾ, ਨੰਬਰ ਸਿਸਟਮ ਦਾ ਸਵਾਲ ਹੈ। ਜਦੋਂ ਕਿਸੇ ਸੰਖਿਆ ਨੂੰ 68 'ਤੇ ਵੰਡਿਆ ਜਾਂਦਾ ਹੈ ਤਾਂ ਉਸ ਨੂੰ 269 ਨਾਲ ਭਾਗਫਲ ਕੀਤਾ ਜਾਂਦਾ, 0 ਬਾਕੀ ਆਉਂਦਾ। ਅਤੇ ਜਦੋਂ ਉਸੇ ਨੰਬਰ ਨੂੰ 67 ਨਾਲ ਵੰਡਿਆ ਜਾਵੇ ਤਾਂ ਤੁਹਾਨੂੰ ਕੀ ਮਿਲੇਗਾ, ਤੁਹਾਨੂੰ ਕਿੰਨੇ ਵਜੇ ਦੱਸਿਆ ਹੋਇਆ। ਜਦੋਂ ਇਹੋ ਜਿਹਾ ਪ੍ਰਸ਼ਨ ਆ ਜਾਏ, ਤੁਸੀਂ ਆ ਮੂਹਰੇ ਤਾਂ ਕੁਛ ਦੇਖਣ ਹੀ ਨਹੀਂ ਕਿ ਇੱਥੇ ਕੁਛ ਦਿੱਤਾ ਹੋਇਆ ਕਿ ਨਹੀਂ ਦਿੱਤਾ ਹੋਇਆ, ਇਹ ਤਾਂ ਤੁਸੀਂ ਭੁੱਲ ਕੇ ਵੀ ਨਹੀਂ ਛੇੜਨਾ। ਜਦੋਂ ਇਹੋ ਜਿਹਾ ਪ੍ਰਸ਼ਨ ਆ ਜਾਏ, ਬਸ ਤੁਸੀਂ ਮਗਰ ਜਿਹੜਾ 269 ਰੁਪਇਆ ਤੁਹਾਨੂੰ ਕਿਹਾ ਸੀ, ਇਹਨੂੰ ਹੀ ਵੰਡ ਦਿਓ 67 'ਤੇ, ਇਹਨੂੰ 67 'ਤੇ ਵੰਡ ਦਿਓ। ਠੀਕ ਹੈ, ਜਦੋਂ ਆਪਾਂ 67 ਦੀ ਗੁਣਾ ਕਰਾਂਗੇ 4 ਨਾਲ, 67 ਗੁਣਾ 4 'ਤੇ ਵੰਡਾਂਗੇ ਤਾਂ 67 ਚੌਂਕਾ ਹੁੰਦੇ ਆ 268, ਤਾਂ 1 ਆ ਗਿਆ ਬਾਕੀ, ਤਾਂ 1 ਆ ਗਿਆ ਆਨਸਰ ਆ ਗਿਆ। ਤੋ ਦੱਸ ਕੇ ਗਿਆ ਸੀ। ਜਦੋਂ ਇਹੋ ਜਿਹਾ ਸਵਾਲ ਆ ਜਾਏ, ਕਿ ਸਵਾਲ ਦਾ ਤੁਸੀਂ ਯਾਦ ਕਰ ਲਿਓ ਇੱਕ ਤਰ੍ਹਾਂ ਦੇ ਸਵਾਲ, ਕਿ ਜਦੋਂ ਕਿਤੇ ਪਤਾ ਲੱਗ ਕੇ ਕਿਸੇ ਸੰਖਿਆ ਨੂੰ ਇੰਨੇ 'ਤੇ ਵੰਡਿਆ ਜਾਂਦਾ ਤਾਂ ਇੰਨੇ ਭਾਗਫਲ ਨਾਲ 0 ਬਾਕੀ ਆਉਂਦਾ ਹੈ, ਤਾਂ ਮੂਹਰਲੀ ਚੀਜ਼ ਤਾਂ ਤੁਸੀਂ ਦੇਖਣੀ, ਭਾਵੇਂ ਤੇ ਲੱਖ ਦਿੱਤਾ ਪਿਆ ਹੋਵੇ, ਪਰ ਜਿਹੜੀ ਮੰਗਦੀ ਸੰਖਿਆ ਉਹਨੂੰ 67 'ਤੇ ਵੰਡ ਦਿਆ ਕਰੋ। ਇਸ ਤੋਂ ਬਾਅਦ ਅਗਲਾ ਸਵਾਲ ਆ ਗਿਆ ਆਪਣੇ ਕੋਲ। ਠੀਕ ਹੈ, ਇਹ ਸਵਾਲ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ, ਕਹਿੰਦੇ ਵਰੁਣ ਨੇ 40,000 ਰੁਪਏ, ਠੀਕ ਹੈ, ਵਰੁਣ ਨੇ ਕੀ ਕੀਤਾ, 40,000 ਰੁਪਏ 5% ਮਿਸ਼ਰਤ ਵਿਆਜ 'ਤੇ, ਮਤਲਬ ਕੰਪਾਊਂਡ ਇੰਟਰਸਟ 'ਤੇ ਧਾਰ ਲਏ। ਠੀਕ ਹੈ, ਅਤੇ 2 ਸਾਲਾਂ ਬਾਅਦ ਇੰਨੇ ਰੁਪਏ ਵਾਪਸ ਕਰਤੇ, ਅਤੇ 2 ਹੋਰ ਸਾਲਾਂ ਲਈ ਬਕਾਇਆ ਵਾਪਸ ਕੀਤਾ, ਅਤੇ ਉਸ ਨੂੰ ਵਿਆਜ ਕਿੰਨੀ ਰਕਮ ਅਦਾ ਕੀਤੀ। ਦੇਖੋ ਧਿਆਨ ਨਾਲ ਸੁਣੋ ਸਵਾਲ। ਮਿਸ਼ਰਤ ਵਿਆਜ ਲੱਗਿਆ 100 ਤੋਂ, ਕਿੰਨਾ ਲੱਗ ਗਿਆ 105, ਕਿੰਨਾ ਹੋ ਗਿਆ ਇਹ ਕੱਟ ਕੇ 20 ਤੋਂ 21 ਵਿਆਜ ਲੱਗਿਆ। ਠੀਕ ਹੈ, ਕਿੰਨਾ ਲੱਗਿਆ 20 ਤੋਂ 21 ਵਿਆਜ ਲੱਗਿਆ। 2 ਸਾਲਾਂ ਬਾਅਦ ਉਸਨੇ ਇੰਨੇ ਰੁਪਏ ਵਾਪਸ ਕਰਤੇ, ਕਹਿੰਦਾ ਬਸ 2 ਸਾਲਾਂ ਵਾਸਤੇ ਇਹ ਵਿਆਜ ਲੱਗਿਆ 20 ਤੋਂ 21। 20 ਤੇ 20 ਕਿੰਨੇ ਹੁੰਦੇ ਆ 400, ਅਤੇ 21 ਤੇ 21 ਕਿੰਨੇ ਹੁੰਦੇ ਆ 441। ਕਹਿੰਦਾ ਮਤਲਬ ਕਿ 400 ਵਾਲੀ ਚੀਜ਼ ਕਿੰਨੇ ਦੀ ਹੋਊਗੀ, 441 ਰੁਪਈਆਂ ਦੀ ਹੋਊਗੀ, ਅਤੇ 400 ਦੀ ਜਿਹੜੀ ਵੈਲਿਊ ਸੀ ਉਹ ਕਿੰਨੇ ਦਿੱਤੀ ਆਪਾਂ ਨੂੰ ਇੱਥੇ, ਇਹਨਾਂ ਨੇ 40,000। ਜੇ ਆਪਾਂ 400 ਦੀ 100 ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋਲ 40,000 ਆ ਜਾਊਗਾ। 100 ਨਾਲ ਹੀ ਗੁਣਾ ਇੱਧਰ ਕਰਦੇ ਹੁੰਦੇ ਆਪਾਂ, ਇੱਧਰ ਬਣ ਜਾਊਗਾ 41,100। ਕਹਿੰਦਾ ਮਤਲਬ ਕਿ ਇਹਨੂੰ ਕਿੰਨਾ ਵਿਆਜ ਲੱਗ ਗਿਆ ਇੱਥੇ ਟੋਟਲ, ਇੱਥੇ ਨੂੰ ਕਿੰਨਾ ਵਿਆਜ ਲੱਗ ਗਿਆ ਟੋਟਲ, ਇਹਨੂੰ ਲੱਗ ਗਿਆ 41,100। ਕਹਿੰਦਾ ਮਤਲਬ 41,100 ਦੀ ਚੀਜ਼ ਪੈ ਗਈ, 4100 ਰੁਪਈਆ ਇਹਨੂੰ ਵਿਆਜ ਲੱਗ ਗਿਆ। 40,000 ਵਾਲੀ ਚੀਜ਼ ਕਿੰਨੀ ਦੀ ਬਣ ਗਈ, 44,100 ਵਾਲੀ ਬਣ ਗਈ। ਠੀਕ ਹੈ, ਆਹ ਪੈਨ ਕਾਪੀ ਨਾ ਰੱਖਿਆ ਕਰੋ, 41,100 ਦੀ ਬਣ ਗਈ। ਠੀਕ ਹੈ, ਇੰਨੀ ਦੀ ਚੀਜ਼ ਬਣ ਗਈ। ਕਹਿੰਦੇ ਇਹਦੇ ਵਿੱਚ ਉਹਨੇ 22,100 ਰੁਪਈਆ ਨੂੰ ਵਾਪਸ ਕਰਤਾ, ਤਾਂ ਮਗਰ ਕਿੰਨਾ ਰਹਿ ਗਿਆ 22,000 ਰੁਪਈਆ ਰਹਿ ਗਿਆ। ਹੁਣ ਇਹ 22,000 ਰੁਪਈਆ ਜਿਹੜਾ ਰਹਿ ਗਿਆ, ਇਹ 'ਤੇ ਫਿਰ ਵਿਆਜ ਲੱਗਿਆ, ਇਹ 'ਤੇ ਫਿਰ ਵਿਆਜ ਲੱਗਿਆ ਗਾ 2 ਸਾਲਾਂ ਵਾਸਤੇ ਹੋਰ। ਕਿੰਨਾ ਵਿਆਜ ਲੱਗਿਆ 20 ਤੋਂ 21, 20 ਤੋਂ 21, ਇਹ ਬਣ ਗਿਆ ਸੀ 400, ਇਹ ਬਣ ਗਿਆ ਸੀ 441। ਹੁਣ ਤੱਕ ਕਿੰਨਾ ਬਣ ਗਿਆ, ਕਿੰਨਾ ਰਹਿ ਗਿਆ ਸੀ ਇਹਦੇ ਕੋਲ 22,000। ਹੁਣ 400 ਦੀ ਕਿੰਨੇ ਨਾਲ ਗੁਣਾ ਕਰੀਏ ਕਿ 22,000 ਬਣ ਜਾਏਗਾ, ਇਹਦੀ ਗੁਣਾ ਕਰੋ 55 ਨਾਲ, ਅਤੇ ਇੱਧਰੋਂ 55 ਨਾਲ ਗੁਣਾ ਇਹਦੀ ਕਰ ਦਿਓ, ਇੱਥੇ ਬਣ ਗਿਆ 24,255, ਇੱਥੇ ਬਣ ਗਿਆ 22,000। ਕਹਿਣ ਦਾ ਮਤਲਬ ਕਿ ਜੋ ਦੂਸਰੇ ਜਿਹੜਾ ਹਿੱਸਾ ਸੀ ਉਹਦੇ ਨੂੰ ਵਿਆਜ ਲੱਗ ਕੇ ਕਿੰਨੇ ਬਣ ਗਏ 2,255 ਰੁਪਏ ਇੱਥੇ ਬਣ ਗਏ। ਠੀਕ ਹੈ, 4100 ਵਿਆਜ ਇਹਨੂੰ ਪਹਿਲਾਂ ਬਣਿਆ ਪਿਆ ਸੀ, ਪਹਿਲਾਂ ਵਿਆਜ ਪੁੱਛਿਆ, ਤਾਂ ਇਹ ਬਣ ਗਿਆ 6355। ਠੀਕ ਹੈ, 6355 ਆ ਪਿਆ ਭਾਈ। ਠੀਕ ਹੈ, ਇਸ ਤੋਂ ਬਾਅਦ ਕਹਿੰਦੇ ਇੱਕ ਰਕਮ ਸਧਾਰਨ ਵਿਆਜ 'ਤੇ ਨਿਵੇਸ਼ ਕੀਤੀ ਜਾਂਦੀ ਕਿ 8 ਸਾਲਾਂ ਦੇ ਵਿੱਚ ਰਕਮ 3 ਗੁਣਾ ਹੋ ਜਾਂਦੀ ਹੈ। ਇਹ ਦੱਸੋ ਕਿ ਕਿੰਨੇ ਸਾਲਾਂ ਦੇ ਵਿੱਚ ਵਿਆਜ ਦੀ ਦਰ ਨਾਲ 8 ਗੁਣਾ ਹੋ ਜਾਵੇਗੀ। ਇਹਦਾ ਤੁਹਾਨੂੰ ਇੱਕ ਟਰਿਕ ਕਰਵਾਈ ਹੋਈ ਸੀ ਮੈਂ, ਜੇ ਯਾਦ ਹੋਵੇ ਅੱਧੇ ਬੱਚਿਆਂ ਦੇ। ਉਹ ਟਰਿਕ ਕਿਵੇਂ ਸੀ, ਉਹ ਟਰਿਕ ਇਹ ਸੀ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਜਿੰਨਾ ਸਾਲ ਦਿੱਤਾ ਉਹ ਹੋਵੇ। ਠੀਕ ਹੈ, 8 ਸਾਲਾਂ ਵਾਸਤੇ 8 ਸਾਲਾਂ ਦੇ ਵਿੱਚ ਕਿੰਨੀ ਹੋ ਜਾਂਦੀ ਹੈ 3 ਗੁਣਾ ਹੋ ਜਾਂਦੀ ਹੈ। 3 - 1 ਫਾਰਮੂਲੇ ਦੇ ਵਿੱਚ ਹੈ, ਬਟਾ
ਬਟਾ ਕਿੰਨਾ ਲਾਉਣਾ ਹੁੰਦਾ ਸੀ ਆਪਾਂ, ਬਟਾ ਲਾਉਂਦੇ ਹੁੰਦੇ ਸੀ ਆਪਾਂ T2 ਬਟਾ T2 ਲਾਉਂਦੇ ਹੁੰਦੇ ਸੀ ਆਪਾਂ, ਠੀਕ ਹੈ। T1 ਇੱਥੇ ਦੇਖੋ ਇਹ ਫਾਰਮੂਲਾ ਇਹ ਹੁੰਦਾ ਗਾ, ਈਅਰ ਮਾਈਨਸ 1 T1 ਜਿੰਨਾ ਦਿੱਤਾ ਹੋਇਆ ਈਅਰ ਬਟਾ 1 ਜਿੰਨਾ ਦੂਜਾ ਦਿੱਤਾ ਹੋਇਆ ਬਟਾ T2, ਇਹ ਫਾਰਮੂਲਾ ਸੀ ਆਪਣੇ ਕੋਲ। ਤਾਂ ਇਹ 8 ਸਾਲਾਂ ਦੇ ਵਿੱਚ ਕੋਈ ਰਕਮ ਕਿੰਨੀ ਹੋ ਜਾਂਦੀ ਹੈ, ਕਹਿੰਦੇ 3 ਗੁਣਾ ਹੋ ਜਾਂਦੀ ਹੈ। 3 ਗੁਣਾ 3 ਮਾਈਨਸ 1 ਕਰਨਾ ਗਾ, ਕਿਉਂਕਿ ਪਹਿਲਾਂ 1 ਹਿੱਸਾ ਸੀ, 1 ਹਿੱਸੇ ਤੋਂ 3 ਹਿੱਸੇ ਬਣੇ ਆ, ਠੀਕ ਹੈ। 1 ਹਿੱਸੇ ਦੇ ਵਿੱਚ ਕਿੰਨੇ ਹਿੱਸੇ ਜੁੜ ਕੇ 3 ਬਣੇ, 2 ਹਿੱਸੇ ਜੁੜ ਕੇ 3 ਬਣੇ ਬਟਾ ਟਾਈਮ ਕਿੰਨਾ ਦਿੱਤਾ ਸੀ ਇਹਦੇ ਵਿੱਚ 8 ਸਾਲ। ਇਸ ਤੋਂ ਬਾਅਦ ਦੂਸਰੇ ਵਿੱਚ ਕਹਿੰਦੇ ਕਿੰਨੇ ਸਾਲਾਂ ਦੇ ਵਿੱਚ 8 ਗੁਣਾ ਹੋ ਜੂਗੀ, 8 ਮਾਈਨਸ 1, ਠੀਕ ਹੈ। 1 ਦਾ ਲਾਉਣੀ ਲਾਉਣਾ। ਆਹ T2 ਆਪਾਂ ਪਤਾ ਕਰਨਾ ਕਿੰਨਾ ਹੋ ਗਿਆ, ਕੱਟ ਕਟਾ ਗਿਆ ਰਹਿ ਗਿਆ 2/8, ਆ ਰਹਿ ਗਿਆ 7/T2, ਆਹ ਕੱਟ ਕੇ ਕਿੰਨਾ ਆ ਗਿਆ 1/4। ਇਹ ਤੋਂ ਬਾਅਦ ਇਹਨਾਂ ਦੀ ਕੀ ਕਰ ਦਿਓ 1/4 7/T2, ਇਹਦੇ ਬਾਅਦ ਕ੍ਰੋਸ ਮਲਟੀਪਲਾਈ ਕਰ ਦਿਓ, T2 ਬਰਾਬਰ ਆ ਗਿਆ 7 ਚੌਂਕਾ 28। 28 ਸਾਲਾਂ ਦੇ ਵਿੱਚ ਧਨ ਕਿੰਨਾ ਹੋ ਜਾਊਗਾ, 8 ਗੁਣਾ ਹੋ ਜਾਊਗਾ। ਇਸ ਤੋਂ ਬਾਅਦ ਆਹ ਆਪਰੇਸ਼ਨ ਆ ਗਏ, ਇਹਦੇ ਵਿੱਚ ਕੀ ਦੱਸਿਆ ਹੋਇਆ, ਆਹ ਪਰਸੈਂਟ ਦਿੱਤੀ ਹੋਈ ਹੈ 22%, 23%, 18%, 29% ਕਿ 8%। ਇਹ ਕਿੰਨੇ ਬਣ ਗਏ ਟੋਟਲ, 9 ਤੇ 8 17। ਇਹ ਸਾਰਾ 100% ਇਹ ਬਣ ਜੂਗਾ, 100 ਹੀ ਇਹ ਬਣੂਗਾ, ਠੀਕ ਹੈ। 100 ਬਣ ਜੂਗਾ ਇਹ ਕੀ ਪੁੱਛ ਰਹੇ ਨੇ, ਕਹਿੰਦੇ ਜੇਕਰ ਪ੍ਰਸ਼ਾਸਨਿਕ ਵਿਭਾਗ ਦੇ ਵਿੱਚ ਕਰਮਚਾਰੀਆਂ ਦੀ 2019 ਦੇ ਵਿੱਚ ਔਸਤ ਤਨਖਾਹ 12,000 ਸੀ, ਤਾਂ 2019 ਪ੍ਰਸ਼ਾਸਨ ਵਿਭਾਗ ਦੇ ਵਿੱਚ ਤਨਖਾਹ 'ਤੇ ਕਿੰਨਾ ਖਰਚਾ ਲੱਖਾਂ ਵਿੱਚ ਸੀ, ਠੀਕ ਹੈ। ਮਤਲਬ ਕਿਹਦਾ ਖਰਚਾ ਸਭ ਤੋਂ ਵੱਧ ਆਇਆ ਹੈਗਾ, ਇਹ ਗੱਲ ਕਰ ਰਹੇ ਨੇ ਇਹ ਆਪਣੇ ਕੋਲ, ਕਿਹਦਾ ਖਰਚਾ ਸਭ ਤੋਂ ਵੱਧ ਆਇਆ। ਤਾਂ ਸਭ ਤੋਂ ਵੱਧ ਖਰਚਾ ਕਿਹਦਾ ਆਇਆ, ਕਹਿੰਦੇ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਅਧਿਕਾਰੀ ਵਧੇ ਹੋਣਗੇ, ਖਰਚਾ ਵੀ ਉਸ ਲਈ ਜ਼ਿਆਦਾ ਆਊਗਾ ਨਾ। 2019 ਦੀ ਔਸਤ ਤਨਖਾਹ 12,000 ਰੁਪਏ, 2019 ਵਿੱਚ ਪ੍ਰਸ਼ਾਸਨ ਵਿਭਾਗ ਦੇ ਵਿੱਚ ਕਿੰਨਾ ਖਰਚਾ ਲੱਖਾਂ ਦੇ ਵਿੱਚ ਸੀ। ਤਾਂ ਇਹਨੂੰ ਆਪਾਂ ਕਿਵੇਂ ਕਰਾਂਗੇ, ਦੇਖੋ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਐਡਮਿਨਿਸਟਰ ਦੀ ਗੱਲ ਪਤਾ ਕਰਨੀ ਹੈ, ਠੀਕ ਹੈ। ਐਡਮਿਨਿਸਟਰ ਪਤਾ ਕਰਨਾ ਆਪਾਂ, ਸਭ ਤੋਂ ਵੱਧ ਫਰਕ ਕਿੱਥੇ ਪਿਆ ਗਾ। ਤਾਂ ਸਭ ਤੋਂ ਵੱਧ ਜਿਹੜਾ ਫਰਕ ਪਿਆ ਗਾ ਐਡਮਿਨਿਸਟਰ ਦੀ ਤਨਖਾਹ, 1 ਮਿੰਟ ਪੁੱਤਰੋ, ਜੇਕਰ ਪ੍ਰਸ਼ਾਸਨ ਵਿਭਾਗ ਵਿੱਚ ਕਰਮਚਾਰੀਆਂ ਦੀ 2019 ਵਿੱਚ ਔਸਤ ਤਨਖਾਹ 12,000 ਰੁਪਏ ਪ੍ਰਤੀ ਮਾਹ ਹੈ, ਤਾਂ 2019 ਦੇ ਵਿੱਚ ਪ੍ਰਸ਼ਾਸਨਿਕ ਵਿਭਾਗ ਦੇ ਵਿੱਚ ਤਨਖਾਹਾਂ ਦਾ ਖਰਚ ਕਿੰਨਾ ਹੋਵੇਗਾ। 22 ਦੀ ਗੱਲ ਹੀ ਕਰ ਰਹੇ ਨੇ ਇਹ, ਠੀਕ ਹੈ। 19 ਦੀ ਗੱਲ ਹੀ ਕਰ ਰਹੇ ਨੇ, ਹੋਰ ਨਹੀਂ ਕਿਸੇ ਜ਼ਿਆਦਾ। ਇਹ ਪ੍ਰਸ਼ਾਸਨਿਕ ਪਿਆ ਆ 22, ਠੀਕ ਹੈ। ਕਿੰਨੇ ਇਹਦੇ ਵਿੱਚ ਕਿੰਨੇ ਬੰਦੇ ਸੀ, ਸਾਰੇ ਕਰਮਚਾਰੀ ਕਿੰਨੇ ਸੀ, 18,000 ਕਰਮਚਾਰੀ ਸੀ। ਜੋ 18,000 ਦਾ ਆਪਾਂ 22%, ਆ ਪਰਸੈਂਟ ਦਿੱਤੇ ਹੋਏ ਆ ਸਾਰੇ, ਤਾਂ 22% ਕੱਢਾਂਗੇ ਤਾਂ ਆਹ ਕੱਟਿਆ ਗਿਆ 180 ਦੀ 22 ਨਾਲ ਗੁਣਾ ਕੀਤੀ, ਇਹ ਆ ਗਿਆ ਆਪਣੇ ਕੋਲੇ 3960। ਅਤੇ ਇਹ ਜਿਹੜਾ 3960 ਹੈ, ਇਹਦੀ ਤੁਸੀਂ ਹੁਣ ਗੁਣਾ ਕਰ ਦਿਓ 12,000 ਨਾਲ, ਠੀਕ ਹੈ। ਕਿਉਂਕਿ 12,000 ਦੇ ਹਿਸਾਬ 'ਤੇ ਪੁੱਛ ਲਿਆ ਉਹਨਾਂ ਨੇ। 3960 ਕਰਮਚਾਰੀ ਹੋ ਗਏ, ਇਹਦੇ ਵਿੱਚ ਪ੍ਰਸ਼ਾਸਨਿਕ ਹੋ ਗਏ, ਤਾਂ ਇਹਦੀ 12,000 ਨਾਲ ਗੁਣਾ ਕਰਾਂਗੇ ਜਦੋਂ ਆਪਾਂ, ਆਪਣੇ ਕੋਲ ਆ ਜਾਊਗਾ 475.20। ਤਾਂ ਇਹਦਾ ਆਨਸਰ ਆ ਗਿਆ ਆਪਣੇ ਕੋਲ B ਨੰਬਰ ਆਪਸ਼ਨ। ਇਸ ਤੋਂ ਬਾਅਦ ਵਿਕਰੀ ਅਤੇ ਮਾਰਕੀਟਿੰਗ ਵਿਭਾਗ ਵਿੱਚ ਕਰਮਚਾਰੀਆਂ ਦੀ ਸੰਖਿਆ ਵਿੱਚ ਵਾਧੇ ਦੀ ਪ੍ਰਤੀਸ਼ਤ ਦੱਸੋ। ਕਾਹਦੇ ਵਿੱਚ ਪੁੱਛਿਆ ਇਹਨਾਂ ਨੇ, ਵਿਕਰੀ ਅਤੇ ਮਾਰਕੀਟਿੰਗ ਦੇ ਵਿੱਚ ਕਿੰਨਾ ਵਾਧਾ ਹੋਇਆ ਕਰਮਚਾਰੀਆਂ ਦੇ ਵਿੱਚ। ਇੱਥੇ 18% ਵੈਲੂ ਹੈ, ਇੱਥੇ 20% ਵੈਲੂ ਹੈ, ਠੀਕ ਹੈ। ਅਤੇ 18,000 ਦਾ 18% ਕਿੰਨਾ ਹੋ ਜੂਗਾ, 18,000 ਦਾ 18% ਕਿੰਨਾ ਹੋ ਜੂਗਾ, ਇਹ ਹੋ ਜੂਗਾ ਭਾਈ, ਜਦੋਂ ਆਪਾਂ 0 ਨਾਲ 0 ਕੱਟੀਏ 180 ਦੀ 18 ਨਾਲ ਕੀਤੀ, ਇਹ ਹੋ ਜੂਗਾ ਭਾਈ 3240, ਠੀਕ ਹੈ। ਅਤੇ ਇੱਧਰ ਹੈਗੇ ਸੀ ਕਰਮਚਾਰੀ 20,000, 20,000 ਦਾ 20% ਕਿੰਨਾ ਹੋ ਜੂਗਾ 4,000। ਕਹਿਣ ਦਾ ਮਤਲਬ ਕਿ ਸੇਲਜ਼ ਮਾਰਕੀਟਿੰਗ ਦੇ ਵਿੱਚ 3240 ਤੋਂ ਮੁਲਾਜ਼ਮ ਵੱਧ ਗਏ, ਕਿੰਨੇ ਹੋ ਗਏ 4,000 ਹੋ ਗਏ। ਪਰਸੈਂਟ ਦੱਸਣੀ ਕਿੰਨੇ ਪਰਸੈਂਟ ਵਧਿਆ, ਅਤੇ ਫਰਕ ਡਿਫਰੈਂਸ ਕਿੰਨਾ ਆ ਗਿਆ ਇਹਦੇ ਵਿੱਚ 760, ਕਿੰਨਿਆਂ 'ਤੇ ਵਧਿਆ 3240 'ਤੇ ਗੁਣਾ 100, 0 ਨਾਲ 0 ਕੱਟੀ ਗਈ, ਆ ਗਿਆ 7600, ਠੀਕ ਹੈ। 7600 ਨੂੰ ਜੋ 324 'ਤੇ ਵੰਡਾਂਗੇ ਤਾਂ ਆਪਣੇ ਕੋਲ ਆ ਜਾਊਗਾ 23.46। ਇਹ ਕੈਲਕੂਲੇਸ਼ਨ ਤੁਸੀਂ ਆਪ ਕਰਕੇ ਦੇਖ ਲਿਓ, 2 ਸਵਾਲ ਕੱਢਦੇ 2346 ਆ ਪਿਆ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਤੀਸਰੇ ਦੇ, ਸਾਲ 2020 ਦੇ ਵਿੱਚ ਕਿਹੜੇ ਵਿਭਾਗ ਦੇ ਵਿੱਚ ਕਰਮਚਾਰੀਆਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਹੋਇਆ। ਦੇਖੋ ਜਦੋਂ ਇਹ ਜਿਹਾ ਆਪਰੇਸ਼ਨ ਆ ਜਾਏ ਨਾ, ਸਭ ਤੋਂ ਲੋਐਸਟ ਵੈਲੂ ਚੱਕ ਲਈ, ਸਭ ਤੋਂ ਲੋਐਸਟ ਵੈਲੂ। ਇੱਥੇ ਵੀ 2 ਦਾ ਫਰਕ ਪਿਆ, ਇੱਥੇ 3 ਦਾ ਪੈ ਗਿਆ, ਇੱਥੇ 2 ਦਾ ਪੈ ਗਿਆ, ਇੱਥੇ ਇਹਦਾ ਘਟਿਆ, ਇਹ ਵੀ ਘਟਿਆ, ਇਹਦਾ ਆ ਹੀ ਨਹੀਂ ਸਕਦੇ, ਵਾਧੇ ਬਾਰੇ ਪੁੱਛਿਆ, ਹੋਰ ਸਾਰੇ 'ਚ ਵਾਧਾ ਹੋਇਆ। ਅਤੇ ਸਭ ਤੋਂ ਛੋਟੀ ਵੈਲੂ ਕਿਹੜੀ ਹੈ ਵਾਧੇ ਵਾਲੀ, ਇਹ ਹੈ, ਠੀਕ ਹੈ। ਕਿੰਨਾ ਵਾਧਾ ਹੋਇਆ, 8 ਤੋਂ 10 ਦਾ ਵਾਧਾ ਹੋਇਆ ਹੈਗਾ, ਠੀਕ ਹੈ। ਤਾਂ ਕਰਕੇ ਜਿਹੜਾ 8 ਤੋਂ 10 ਦਾ ਵਾਧਾ ਹੋਇਆ ਹੈਗਾ, ਇਹਨਾਂ ਨੇ ਪੁੱਛਿਆ ਕਿ ਇਹਦੇ ਵਿੱਚ ਸਭ ਤੋਂ ਵੱਧ, ਸਭ ਤੋਂ ਛੋਟੀ
ਵੈਲੂ ਸਭ ਤੋਂ ਵੱਧ ਭਾਈ ਹੋਇਆਗਾ ਕੋਆਪਰੇਟ HQ ਦੇ ਵਿੱਚ। ਸਭ ਤੋਂ ਛੋਟੀ ਵੈਲੂ ਚੱਕੀ ਦੀ ਹੁੰਦੀ ਹੈ, ਬਸ ਲੋਐਸਟ ਵੈਲੂ ਚੱਕ ਲਓ ਇਹਦੀ ਅਤੇ ਫਰਕ ਦੇਖ ਲਓ, ਬਸ ਉਹੀ ਆਨਸਰ ਆਉਂਦਾ ਹੁੰਦਾ। ਕੋਆਪਰੇਟ HQ ਦੇ ਵਿੱਚ ਹੋਇਆਗਾ, ਇਹ ਇਹਦਾ ਆਨਸਰ ਹੈ। ਇਸ ਤੋਂ ਬਾਅਦ ਜਿਹੜਾ ਗੋਲ ਸੀਕ ਫੀਚਰ ਹੈ ਕਿਹੜੇ 'ਚ ਹੁੰਦਾ, ਇਹ ਹੁੰਦਾ ਭਾਈ MS Excel ਦੇ ਵਿੱਚ। F8 ਨੂੰ ਜੇ ਆਪਾਂ 3 ਵਾਰੀ ਦਬਾਵਾਂਗੇ ਤਾਂ ਕੀ ਹੁੰਦਾ ਗਾ, ਇਹ ਸੈਂਟੈਂਸ ਚੁਣਿਆ ਜਾਂਦਾ ਹੈਗਾ। ਹੇਠ ਲਿਖਿਆ ਵਿੱਚ ਆਪਰੇਟਿੰਗ ਸਿਸਟਮ ਕਿਸ ਤਰ੍ਹਾਂ ਸੌਫਟਵੇਅਰ ਹੈ, ਇਹ ਹੈਗਾ ਸਿਸਟਮ ਸੌਫਟਵੇਅਰ ਜਿਹੜਾ ਸਿਸਟਮ ਨੂੰ ਚਲਾਉਂਦਾ। ਮੈਕ ਐਡਰੈਸ ਕਿੰਨੇ ਦੇ ਕੰਮ ਕਰਦਾ, 48 ਤੇ। BGA ਇਹ ਵੀ ਤੁਹਾਨੂੰ ਕਰਵਾਇਆ ਵਾ, ਵਿਜ਼ੂਅਲ ਗ੍ਰਾਫਿਕ ਐਰੇ, ਇਹਦੀ ਫੁੱਲ ਫਾਰਮ ਹੈ। IME ਦੀ ਫੁੱਲ ਫਾਰਮ ਕੀ ਹੈਗੀ, ਇੰਟਰਨੈਸ਼ਨਲ ਮੋਬਾਈਲ ਇਕਵਿਪਮੈਂਟ ਆਈਡੈਂਟੀਟੀ। IME ਨੰਬਰ ਹੁੰਦਾ ਆਪਣੇ ਫੋਨਾਂ ਦੇ ਵਿੱਚ, ਉਹ ਹੁੰਦਾ। ਆ ਵੀ ਕਰਵਾਇਆ ਹੋਇਆ। ਇੰਟਰਨੈਟ ਦੀ ਸਭ ਤੋਂ ਪਹਿਲਾਂ ਇੰਟਰਨੈਟ ਵਾਲਾ ਚੈਪਟਰ ਜਦੋਂ ਤੁਸੀਂ ਖੋਲ੍ਹੋਗੇ ਨਾ, ਜਿਹੜਾ ਮੈਂ ਕਰਵਾਇਆ ਉਹਦੇ 'ਚ ਪਹਿਲੇ ਨੰਬਰ 'ਤੇ ਪਿਆ ਇਹ ARPANET, ਸਭ ਤੋਂ ਪਹਿਲਾਂ ਇਹਦੇ ਪ੍ਰੋਜੈਕਟ ਚੱਲਿਆ ਸੀ। ਇਸ ਤੋਂ ਬਾਅਦ ਕਿਹੜਾ ਸੌਫਟਵੇਅਰ ਹੈ ਜਿਹੜਾ ਪ੍ਰੋਗਰਾਮ ਨੂੰ ਮਸ਼ੀਨ ਭਾਸ਼ਾ ਦੇ ਵਿੱਚ ਬਦਲਦਾ, ਠੀਕ ਹੈ, ਉਹਦਾ ਬਦਲਦਾ ਹੁੰਦਾ ਅਸੈਂਬਲਰ। ਪਰ ਇਹਨਾਂ ਨੇ ਕੁਛ ਨਹੀਂ ਦਿੱਤਾ ਇੱਥੇ, ਠੀਕ ਹੈ, ਤਾਂ ਆਪਾਂ ਕੰਪਾਈਲਰ ਲਿਖ ਦਾਂਗੇ, ਠੀਕ ਹੈ, ਕੰਪਾਈਲਰ। ਇਸ ਤੋਂ ਬਾਅਦ ਕਹਿੰਦੇ ਐਂਡਰੋਇਡ INC ਦਾ ਕਿਹੜਾ ਸੰਸਥਾਪਕ ਹੈ ਨਹੀਂ, ਸਟੀਵ ਜੌਬਸ ਨਹੀਂ ਹੈਗਾ, ਇਹ ਐਪਲ ਦਾ ਹੈਗਾ, ਸਟੀਵ ਜੌਬਸ ਐਪਲ ਦਾ। ਕੰਟਰੋਲ L ਤੋਂ ਸਿੱਧੀ ਪਤਾ ਲੱਗੀ ਜਾਂਦਾ, L ਦਾ ਮਤਲਬ ਹੁੰਦਾ ਲੈਫਟ। ਇਹ ਤੁਹਾਨੂੰ ਕਰਵਾਇਆ ਹੋਇਆ ਸ਼ਾਰਟਕਟ ਕੀ ਦੇ ਵਿੱਚ, ਲੈਫਟ ਕੀ ਦੇ ਵਿੱਚ ਲਿਖਿਆ ਹੋਇਆ, ਇਹਦੇ 'ਚ ਲਿਖਿਆ ਹੋਇਆ ਇਟ ਮੇਕਸ ਸਿਲੈਕਟਰ ਲੈਫਟ ਅਲਾਈਨਮੈਂਟ ਕਰਨ ਵਾਸਤੇ L ਦੀ ਵਰਤੋਂ ਕਰਾਂਗੇ। ਇਸ ਤੋਂ ਬਾਅਦ ਹੇਠ ਲਿਖਿਆ ਹੋਇਆ ਕਿਹੜਾ ਮਾਲਵੇਅਰ ਅੱਜ ਦੀ ਡਿਸਟਰੀਬਿਊਟਰ ਡੈਨੀਅਲ ਆਫ ਸਰਵਿਸ ਕਰਨ ਲਈ ਜ਼ਿੰਮੇਦਾਰ ਹੈ। ਇਹ ਬੱਚੋ ਮੈਨੂੰ ਫਿਲਹਾਲ ਇਹ 'ਚ ਕਨਫਿਊਜ਼ਨ ਹੈ, ਮੈਂ ਨਹੀਂ ਕਰਾਊਂਗਾ, ਅਗਲੇ 'ਤੇ ਚੱਲਦੇ ਆਪਾਂ। ਕਹਿੰਦੇ ਵੀ ਕੈਨ ਕੀਪ ਮਲਟੀਪਲ ਵਰਜਨ ਆਫ MS Word ਡਾਕੂਮੈਂਟ ਇਜ਼ ਸਿੰਗਲ ਫਾਈਲ ਬਾਈ ਯੂਜਿੰਗ। ਕਹਿੰਦੇ ਅਸੀਂ ਕਿਸੇ ਦੀ ਵਿਸ਼ੇਸ਼ਤਾ ਨਾਲ MS Word ਦਸਤਾਵੇਜ਼ ਦੇ ਲਈ ਕਈ ਸੰਸਕਾਰ ਨੂੰ ਇੱਕ ਸਿੰਗਲ ਫਾਈਲ ਦੇ ਵਿੱਚ ਰੱਖ ਸਕਦੇ ਹਾਂ। ਇਹ ਰੱਖ ਸਕਦੇ ਹਾਂ ਆਪਾਂ ਟਰੈਕ ਚੇਂਜ ਨਾਲ। ਇਸ ਤੋਂ ਬਾਅਦ ਇਹਨਾਂ ਦੇ ਵਿੱਚੋਂ 3G ਨੈਟਵਰਕ ਦਾ ਜੋ ਕਿਹਦੇ 'ਚ ਨਹੀਂ ਹੁੰਦਾ, GPS ਦੇ ਵਿੱਚ ਤਾਂ ਹੁੰਦਾ ਹੈਗਾ, ਵੀਡੀਓ ਕਾਨਫਰੰਸ ਦੇ ਵਿੱਚ ਹੁੰਦਾ ਹੈ, ਮੋਬਾਈਲ TV ਦੇ ਵਿੱਚ ਨਹੀਂ ਹੁੰਦਾ ਇਹਦਾ, ਠੀਕ ਹੈ, ਮੋਬਾਈਲ TV ਦੇ ਵਿੱਚ ਨਹੀਂ ਹੋਊਗਾ। ਇਸ ਤੋਂ ਬਾਅਦ ਅਗਲਾ ਕਹਿੰਦੇ ਹੇਠ ਲਿਖਿਆ ਵਿੱਚ ਕਿਹੜੀ ਏਜੰਸੀ IP ਐਡਰੈਸ ਲਈ ਅਲਾਈਨਮੈਂਟ ਲਈ ਜ਼ਿੰਮੇਦਾਰ ਹੈ, ਇਹ ਹੈਗੀ ਭਾਈ ਆਈਨਾ ਕੰਪਨੀ, ਠੀਕ ਹੈ। HTTP ਦੇ ਵਿੱਚ S ਦਾ ਕੀ ਮਤਲਬ ਹੈ, HTTPS ਦੇ ਵਿੱਚ S ਦਾ ਮਤਲਬ ਹੈਗਾ ਸਿਕਿਉਰ। ਹੇਠ ਲਿਖਿਆ ਵਿੱਚ ਕਿਸ ਕਿਸਮ ਦੇ ਉਪਕਰਨਾਂ ਲਈ ਬਲੂਟੁੱਥ ਲੋ ਐਨਰਜੀ ਦੀ ਬਣਤਰ ਕੀਤੀ ਗਈ ਹੈ, ਇਹ ਕਿਹੜੀ ਹੈ, ਮਕੈਨੀਕਲ ਡਿਵਾਈਸ ਦੇ, ਠੀਕ ਹੈ, B ਨੰਬਰ ਆਪਸ਼ਨ ਦੇ ਵਿੱਚ। ਇਸ ਤੋਂ ਬਾਅਦ ਬਲੂਟੁੱਥ ਦੇ ਉਪਕਰਨਾਂ ਵਿੱਚ ਲੌਜੀਕਲ ਲਿੰਕ ਕੌਣ ਸਥਾਪਿਤ ਕਰਦਾ, ਲਿੰਕ ਮੈਨੇਜਮੈਂਟ ਪ੍ਰੋਟੋਕੋਲ। ਇਸ ਤੋਂ ਬਾਅਦ ਆਪਰੇਸ਼ਨ ਆ ਗਿਆ। ਕਹਿੰਦੇ X ਇੱਕ ਸਪੂਰਨ ਸੰਖਿਆ ਹੈ, ਸਪੂਰਨ ਸੰਖਿਆ ਹੁੰਦਾ ਹੋਲ ਨੰਬਰ। ਹੋਲ ਨੰਬਰ ਕਿਹੜੇ ਹੁੰਦਾ, 0 1 2 3 4 5, ਇਹ ਸਾਰੇ ਹੋਲ ਨੰਬਰ ਹੁੰਦੇ ਆ। ਕਹਿੰਦੇ X ਇੱਕ ਸਪੂਰਨ ਸੰਖਿਆ ਜਿਸ ਨੂੰ 4 ਕੋਈ ਮਰਜ਼ੀ ਮੰਨ ਲਓ, X ਨੂੰ ਮੰਨ ਲਓ, ਕਹਿੰਦੇ 0 ਉਹ ਚੀਜ਼ ਨੂੰ ਆਪਾਂ 4 'ਤੇ ਵੰਡਦੇ ਤਾਂ 3 ਬਾਕੀ ਬਚਦਾ, ਤਾਂ ਆਪਾਂ ਲੈ ਲਓ 7 ਲੈ ਲਓ, ਜੋ 7 ਨੂੰ ਆਪਾਂ 4 'ਤੇ ਵੰਡਾਂਗੇ, ਠੀਕ ਹੈ, ਕਿੰਨੇ ਬਾਕੀ ਬਚਦਾ, 3 ਬਾਕੀ ਬਚਦਾ। ਉਵੇਂ ਜਿਵੇਂ X ਦੀ ਵੈਲੂ ਕਿੰਨੀ ਹੈਗੀ, 7। ਕਹਿੰਦੇ ਉਵੇਂ ਜਿਵੇਂ ਜੇ ਆਪਾਂ 2X ਨੂੰ 4 ਨਾਲ ਭਾਗ ਕਰੀਏ, X ਦੀ ਵੈਲੂ ਆਪਣੇ ਕੋਲ 7 ਮੰਨ ਲਈ ਸੀ, ਕਿਉਂਕਿ 7 ਹੀ ਸੰਖਿਆ ਸੀ, ਜਦੋਂ ਆਪਾਂ 4 'ਤੇ ਵੰਡਦੇ ਤਾਂ 3 ਬਾਕੀ ਬਚਦਾ। ਕਹਿੰਦੇ ਜੇ 2X ਨੂੰ 4 ਨਾਲ ਭਾਗ ਕੀਤਾ ਜਾਵੇ, X ਕਿੰਨਾ ਆਪਣੇ ਕੋਲ 7 ਆ ਗਿਆ ਸੀ, 2 ਨਾਲ ਭਾਗ ਕੀਤਾ ਜਾਵੇ 14 ਆ ਗਿਆ। ਇਸ ਤੋਂ ਬਾਅਦ 14 ਨੂੰ ਜੋ 4 'ਤੇ ਭਾਗ ਕੀਤਾ ਜਾ ਗਿਆ, 4 3 12, ਤਾਂ ਕਿੰਨੇ ਬਾਕੀ ਬਚਣਗੇ, 2 ਬਾਕੀ ਬਚਣਗੇ। B ਨੰਬਰ ਆਪਸ਼ਨ ਦਾ ਆਨਸਰ ਆ ਜਾਊਗਾ। OMR ਦੀ ਫੁੱਲ ਫਾਰਮ ਇਹ ਵੀ ਕਰਵਾਇਆ ਹੈ, ਆਪਟੀਕਲ ਮਾਰਕ ਰੀਡਰ। OMR ਸ਼ੀਟ ਉਹ ਹੁੰਦੇ ਜਿੱਥੇ ਤੁਸੀਂ ਪੇਪਰ ਦੇ ਰਹੇ ਹੋ ਇਸ ਟਾਈਮ। ਆਹ ਵੀ ਤੁਹਾਨੂੰ GPS ਵਾਲੇ ਸਿਸਟਮ ਦੇ ਵਿੱਚ ਕਰਵਾਇਆ ਹੋਇਆ ਕਿ GPS ਉਪਗ੍ਰਹਿ ਦਾ ਪਹਿਲਾ ਨਾਮ ਕੀ ਸੀ, ਨਵਸਟਾਰ। ਇਸ ਤੋਂ ਬਾਅਦ ਵੈਬ ਪੇਜਸ ਤੋਂ ਮਿਲ ਕੇ ਹੀ ਵੈਬਸਾਈਟ ਬਣਦੀ ਹੁੰਦੀ ਹੈ, ਤੁਹਾਨੂੰ ਪਤਾ ਨਾ। ਵੈਬਸਾਈਟ 'ਤੇ ਜਿਹੜੇ ਆਪਾਂ ਇਲੈਕਟ੍ਰੋਨਿਕ ਪੇਜ ਦੇਖਦੇ ਹੋ, ਕਿਹੜੀ ਲੈਂਗੁਏਜ ਦੇ ਵਿੱਚ ਲਿਖੇ ਹੁੰਦੇ, ਕਿਹੜੀ ਲਿਖਣ ਵਾਸਤੇ ਵਰਤਿਆ ਜਾਂਦਾ, HTML ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਆਹ ਬੱਚੋ ਤੁਸੀਂ ਆਪ ਦੇਖ ਲਓ, ਕਿਉਂਕਿ ਇਹ ਸਿਟਿੰਗ ਅਰੇਂਜਮੈਂਟ ਦਾ ਸਵਾਲ ਆ, ਇਹ 'ਤੇ ਮੈਥੋਂ ਸਹੀ ਨਹੀਂ ਹੋਣਾ ਕਿਉਂਕਿ ਇਹਦੇ ਸਕਰੀਨ ਛੋਟੀ ਹੈ, ਠੀਕ ਹੈ, ਇਹ ਤੁਸੀਂ ਆਪਦੇ ਆਪ ਦੇਖ ਲਿਓ। ਆਹ ਤੁਹਾਨੂੰ ਦੱਸਿਆ ਵਾ, ਇਹ ਹੁੰਦਾ ਹੈਗਾ ਸਵਾਲਾਂ ਦੇ ਟੋਟੇ ਬਣਾ ਲਈਦੇ ਹੁੰਦੇ ਆ, ਠੀਕ ਹੈ, 1 2 3 4 5 6 7 8 9 10 11 12 13 14 15 16 17 18 19 20, ਇਹ 'ਚ 5 5 ਦੇ ਟੋਟੇ ਬਣਾ ਲਓ, 5 5 ਦੇ ਟੋਟੇ ਬਣਾ ਲਓ, ਠੀਕ ਹੈ। ਇਹ ਇੱਥੇ ਆ ਰਹੀ ਹੈ, ਠੀਕ ਹੈ, C ਹਰੇਕ 'ਚ 2 2 ਵਾਰੀ ਆ ਰਹੀ ਹੈ, ਠੀਕ ਹੈ। ਇਹ ਤੁਸੀਂ ਬੱਚੋ ਟੋਟੇ ਬਣਾ ਕੇ ਕਰ ਲਓ, ਕੋਈ ਚੱਕਰ ਵਾਲੀ ਗੱਲ ਨਹੀਂ, ਸੌਖੀ ਸਵਾਲ ਹੈਗਾ। ਇੱਥੇ ਪਹਿਲਾਂ ਤਾਂ C ਵਾਲਾ ਹੀ ਆਊਗਾ, ਕਿਉਂਕਿ ਜੇ C ਬਿਲਕੁਲ ਵੀ ਨਹੀਂ ਆਈ, ਠੀਕ ਹੈ। ਦੂਜੇ 'ਚ 2 B'ਆਂ ਤਾਂ ਆ ਗਈਆਂ, ਇੱਥੇ ਟੋਟਾ ਵੱਧ ਬਣੂਗਾ ਕਿਉਂਕਿ ਵਿੱਚ 2 CC ਵੀ ਆ ਰਹੀ ਹੈ, ਠੀਕ ਹੈ।
20 ਬਣ ਗਏ ਸੀ। 20 ਦੇ ਵਿੱਚੋਂ 4 ਵਾਲੇ ਟੋਟੇ ਵੀ ਬਣ ਸਕਦੇ ਇੱਥੇ, ਠੀਕ ਹੈ, 4 ਵਾਲੇ ਟੋਟੇ ਵੀ ਬਣ ਸਕਦੇ ਆ। ਹੁਣ ਇੱਥੇ ਆ ਜਾਊਗਾ C, ਇੱਥੇ ਆ ਜਾਊਗਾ A, ਠੀਕ ਹੈ। CA ਕਿਹਦੇ 'ਚ ਆ ਰਿਹਾ? CA ਆ ਰਿਹਾ C ਨੰਬਰ ਆਪਸ਼ਨ ਦੇ ਵਿੱਚ। ਬਸ ਇੱਥੇ ਸਹੀ ਹੋ ਜਾਊਗਾ ਆਪਣਾ, ਆਹ ਇਹਦਾ ਆਨਸਰ ਹੈਗਾ, ਠੀਕ ਹੈ। ਲੜੀ ਦੀ ਟਰਮ ਲਿਖਣੀ, ਇਹ ਤੁਸੀਂ ਬੱਚੋ ਕਰ ਲਿਓ। ਇਹਨਾਂ ਵਿੱਚੋਂ ਕਿਹੜਾ ਔਰਗਨ ਅਲੱਗ ਹੈਗਾ? ਕੰਨ, ਅੱਖ, ਔਰਗਨ। ਔਰਗਨ ਦੇ ਵਿੱਚ ਆਪਣੇ ਸਾਰੇ ਅੰਗ ਆ ਜਾਂਦੇ ਆ, ਠੀਕ ਹੈ, ਅੰਗ ਆ ਜਾਂਦੇ ਆ ਸਾਰੇ, ਆਪਣੇ ਸਰੀਰ ਦੇ ਅੰਗ ਹੈਗੇ, ਠੀਕ ਹੈ ਨਾ ਜੀ। ਕਿਹੜੀ ਇੱਕ ਚੀਜ਼ ਅਲੱਗ ਆ ਜਾਂਦੀ ਹੈ? ਕਹਿੰਦੇ ਆਪਣੇ ਸਰੀਰ ਦੇ ਸਾਰੇ ਹਿੱਸੇ ਹੈਗੇ, ਤਾਂ ਔਰਗਨ ਹੀ ਅਲੱਗ ਆਊਗਾ ਇਹਦੇ 'ਚੋਂ, ਠੀਕ ਹੈ। ਇਹਨਾਂ ਦੇ ਵਿੱਚ 3D ਚਿੱਤਰ ਦੇ ਨੇੜੇ ਦਾ ਸਭ ਤੋਂ ਕਾਰ ਕਿਹੜਾ? ਸਕੇਅਰ। ਸਕੇਅਰ 3D 'ਚ ਬਣਾ ਨਹੀਂ ਸਕਦੇ, ਸਕੇਅਰ ਤੋਂ ਆਪਾਂ ਦੇਖੋ 3D ਪਿਕਚਰ ਬਣ ਗਈ ਇਸ ਤਰ੍ਹਾਂ, ਨਾਲੇ ਸਭ ਤੋਂ ਨੇੜੇ ਸਕੇਅਰ ਹੈਗਾ। ਇਹਨਾਂ 'ਚੋਂ ਕਿਹੜਾ ਸੰਬੰਧਿਤ ਨਹੀਂ ਹੈਗਾ? ਇਹ ਵਿੱਚੋਂ ਬਹੁਤ ਸੌਖਾ ਆਪਰੇਸ਼ਨ, ਤੁਸੀਂ ਆਪਦੇ ਆਪ ਕਰਕੇ ਦੇਖਿਓ। ਇਹ ਉਹ ਚੱਲਦੇ ਆਪਾਂ ਅੱਗੇ ਜੀ ਕੇ ਹੱਲ ਕਰਦੇ ਹਾਂ, ਅਤੇ ਵੀਡੀਓ ਬੜੀ ਲੰਬੀ ਹੋ ਜੂ, ਅਤੇ ਮੈਂ ਹੋਰ ਵੀ ਤੁਹਾਡੇ ਟੈਸਟ ਬਣਾਉਣੇ ਆ ਹਜੇ। ਪੰਜਾਬੀ ਦਾ ਤੁਹਾਨੂੰ ਪਤਾ ਹੀ ਹੈ। ਚਲੋ ਇੱਥੇ ਆ ਜਾਂਦੇ ਜੀ ਕੇ ਤੋਂ ਸ਼ੁਰੂ ਕਰ ਦਈਏ ਹੁਣ ਆਪਾਂ। ਰਣਜੀਤ ਸਾਗਰ ਡੈਮ ਦਾ ਪਹਿਲਾ ਨਾਮ ਕੀ ਸੀ? ਥੀਨ ਡੈਮ। ਆਹ ਵੀ ਤੁਹਾਨੂੰ ਕਰਵਾਇਆ ਹੋਇਆ ਹੈਗਾ। ਆਪਣਾ ਭਾਰਤ ਸਿਰੇ ਤੋਂ ਦੱਸਿਆ ਸੀ, ਇਹ ਸਿਰਾ ਦਾ ਹੁੰਦਾ ਹੈਗਾ ਇੰਦਰਾ ਪੁਆਇੰਟ, ਇਹ ਹੁੰਦਾ ਇੰਦਰਾ ਕੋਲ, ਠੀਕ ਹੈ। ਇਹ ਤੁਹਾਨੂੰ ਕਰਵਾਇਆ ਵਾ ਥੱਲੇ ਵਾਲਾ ਕਿਹੜਾ ਗਿਆ? ਇੰਦਰਾ ਪੁਆਇੰਟ, ਦੱਖਣ ਵਾਲਾ ਪਾਸਾ। ਇਹਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਲੜਾਈ ਕਿਹੜੀ ਲੜੀ 'ਤੇ ਲੜੀ ਸੀ? ਜੰਗ ਪਹਿਲੀ ਕਿਹੜੀ ਨਦੀ ਦੇ ਕਿਨਾਰੇ 'ਤੇ ਲੜੀ ਸੀ? ਦੇਖੋ ਇਹ ਲੜੀ ਸੀ ਇਹਨਾਂ ਨੇ ਜਮਨਾ ਨਦੀ ਦੇ ਕਿਨਾਰੇ 'ਤੇ। ਜਮਨਾ ਆਪਸ਼ਨ ਦੇ ਵਿੱਚ ਹੈ ਨਹੀਂ, ਤਾਂ ਜਮਨਾ ਦੇ ਨਾਲ ਗਿਰੀ ਲਾ ਲਓ, ਜਮਨਾ ਗਿਰੀ। B ਨੰਬਰ ਆਪਸ਼ਨ ਇਹਦਾ ਆਨਸਰ ਹੈਗਾ। 1604 ਗ੍ਰੰਥ ਦੇ ਵਿੱਚ ਆਦਿ ਗ੍ਰੰਥ ਕਿਸ ਨੇ ਲਿਖਿਆ ਸੀ? ਇਹ ਲਿਖਿਆ ਸੀ ਭਾਈ ਗੁਰਦਾਸ ਜੀ ਨੇ। ਕਿਸੇ ਦੇ ਕਹਿਣ 'ਤੇ ਲਿਖਿਆ ਸੀ? ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਕਹਿਣ 'ਤੇ ਲਿਖਿਆ ਸੀ। ਜੌਨ ਚਾਰਟਰਸ ਨੂੰ ਕਿਹਨੇ ਮਾਰਿਆ ਸੀ? 1928 ਦੇ ਵਿੱਚ ਸਾਈਮਨ ਕਮਿਸ਼ਨ ਆਇਆ ਸੀ। ਸਾਈਮਨ ਕਮਿਸ਼ਨ ਨੂੰ ਆਪਾਂ ਵਾਈਟਮੈਨ ਕਮਿਸ਼ਨ ਵੀ ਕਹਿ ਦਿੰਦੇ ਹਾਂ, ਠੀਕ ਹੈ। ਉਹਦੇ ਵਿੱਚ ਵਾਈਟਮੈਨ ਕਮਿਸ਼ਨ ਕਿਉਂ ਕਹਿੰਦੇ? ਕਿਉਂਕਿ ਉਹਦੇ ਵਿੱਚ ਜਿਹੜਾ ਫੈਸਲਾ ਸੁਣਾਉਣ ਆਏ ਸੀ, ਇਹ ਸਾਰੇ ਕਿਹੜੇ ਸੀ? ਅੰਗਰੇਜ਼ ਸੀ। ਇਹਨਾਂ ਦੇ ਵਿੱਚ ਕੋਈ ਵੀ ਭਾਰਤੀ ਨਹੀਂ ਸੀ। ਇਹ ਚੀਜ਼ ਦਾ ਵਿਰੋਧ ਕੀਤਾ ਸੀ ਲਾਲਾ ਲਾਜਪਤ ਰਾਏ ਨੇ, ਪਰ ਸਾਡਰਸ ਨੇ ਲਾਲਾ ਲਾਜਪਤ ਰਾਏ ਦੇ ਸਿਰ 'ਤੇ ਲਾਠੀਆਂ ਮਾਰ ਉਹਨੂੰ ਸ਼ਹੀਦ ਕਰਤਾ ਸੀ। ਤਾਂ ਉਹਦਾ ਬਦਲਾ ਲੈਣ ਵਾਸਤੇ ਭਗਤ ਸਿੰਘ ਨੇ ਮਾਰਿਆ ਸੀ ਸਾਡਰਸ ਨੂੰ। ਜਿਹੜਾ ਨੱਥੂ ਲਾਲ ਗੌਂਡਸੇ ਹੈ, ਇਹਨੇ ਮਾਰਿਆ ਸੀ ਮਹਾਤਮਾ ਗਾਂਧੀ ਨੂੰ। ਅਤੇ ਜਿਹੜਾ ਊਧਮ ਸਿੰਘ ਹੈ, ਇਹਨਾਂ ਨੇ ਮਾਰਿਆ ਸੀ ਆਪਣੇ ਮਾਈਕਲ ਓਡਾਇਰ ਨੂੰ, ਜਿਹੜੀ ਜਲ੍ਹਿਆਂਵਾਲਾ ਬਾਗ ਦੀ ਘਟਨਾ ਨਾਲ ਸੰਬੰਧਿਤ ਹੈ। ਰਾਜਪਾਲ ਦੇ ਬਾਰੇ ਲਿਖੋ। ਰਾਜਪਾਲ ਦੇ ਵਿੱਚ ਇਹਨਾਂ ਦੀ ਕਿਹੜੀ ਚੀਜ਼ ਸਹੀ ਹੈ? ਕਹਿੰਦੇ ਰਾਜਪਾਲ ਦੇ ਕਾਰਜਕਾਲ ਦੀ ਕੋਈ ਸੁਰੱਖਿਆ ਨਹੀਂ ਹੈਗੀ। ਬਿਲਕੁਲ ਸਹੀ ਗੱਲ ਹੈ। ਰਾਜਪਾਲ ਨੂੰ ਜਦੋਂ ਵੀ ਚਾਹੇ ਰਾਸ਼ਟਰਪਤੀ ਹਟਾ ਸਕਦਾ, ਭਾਵੇਂ ਇੱਕ ਦਿਨ 'ਚ ਹਟਾ ਦੇ, ਭਾਵੇਂ ਦੂਜੇ ਦਿਨ 'ਚ ਹਟਾ ਦੇ, ਠੀਕ ਹੈ, ਭਾਵੇਂ 5 ਸਾਲ ਨਾਲ ਹਟਾਵੇ, ਇਹ ਉਹਦੀ ਮਰਜ਼ੀ ਹੈ। ਦੂਸਰੀ ਗੱਲ, ਜਿਹੜਾ ਰਾਜਪਾਲ ਹੁੰਦਾ ਇਹ ਜਿਹੜੀ ਸਟੇਟ ਦਾ ਇਹ ਨਾਗਰਿਕ ਹੈ, ਇਕੱਲਾ ਉਹ ਸਟੇਟ ਦਾ ਨਹੀਂ ਇਹ ਲੱਗ ਸਕਦਾ, ਬਾਕੀ ਸਾਰੀਆਂ ਸਟੇਟਾਂ 'ਚ ਲੱਗ ਸਕਦਾ। ਦੂਸਰੀ ਗੱਲ, ਇਹਦੇ 5 ਸਾਲਾਂ ਦੀ ਮਿਆਦ, ਹਾਂ ਮਿਆਦ ਇਹਦੀ 5 ਸਾਲਾਂ ਦੀ ਹੁੰਦੀ ਹੈ। ਕਹਿੰਦਾ ਮਤਲਬ ਕਿ ਪਹਿਲਾ ਅਤੇ ਦੂਜਾ ਦੋਵੇਂ ਸਹੀ ਹੈ, ਓਕੇ। ਇਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਕਿਹੜਾ ਆਪਣਾ ਫੰਡਾਮੈਂਟਲ ਰਾਈਟ ਨਹੀਂ ਆਉਂਦਾ ਡੈਮੋਕ੍ਰੇਸੀ ਦੇ ਵਿੱਚ? ਰਾਈਟ ਟੂ ਇਕੁਐਲਿਟੀ ਹੈਗੀ, ਆਪਾਂ ਨੂੰ ਰਾਈਟ ਟੂ ਫਰੀਡਮ ਹੈਗਾ ਗਾ, ਐਜੂਕੇਸ਼ਨ ਐਂਡ ਕਲਚਰ ਰਾਈਟ ਹੈਗਾ ਗਾ, ਰਾਈਟ ਟੂ ਸ਼ੋਸ਼ਣ ਵਿਰੁੱਧ, ਸ਼ੋਸ਼ਣ ਦਾ ਅਧਿਕਾਰ ਨਹੀਂ ਹੈਗਾ, ਰਾਈਟ ਟੂ ਅਗੇਂਸਟ ਐਕਸਪਲੋਟੇਸ਼ਨ ਹੈਗਾ, ਅਗੇਂਸਟ ਹੈਗਾ, ਉਹਦੇ ਵਿਰੁੱਧ। ਤਾਂ D ਨੰਬਰ ਆਪਸ਼ਨ ਆ ਜਾਊਗਾ ਇਹਦਾ ਆਨਸਰ। ਰਾਸ਼ਟਰਪਤੀ ਅਜਿਹੇ ਵਿਅਕਤੀਆਂ ਨੂੰ ਵੱਧ ਤੋਂ ਵੱਧ ਰਾਸ਼ਟਰਪਤੀ ਕਿਸੇ ਅਜਿਹੇ ਵਿਅਕਤੀ ਨੂੰ ਵੱਧ ਤੋਂ ਵੱਧ ਕਿੰਨੇ ਮਹੀਨਿਆਂ ਲਈ ਮੰਤਰੀ ਵਜੋਂ ਨਿਯੁਕਤ ਕਰ ਸਕਦਾ? ਉਹ ਸੰਸਦ ਦਾ ਮੈਂਬਰ ਨਹੀਂ ਹੈਗਾ, ਵੱਧ ਤੋਂ ਵੱਧ 6 ਮਹੀਨੇ ਤੱਕ ਕਰ ਸਕਦਾ। ਫਸਟ ਗੋਲਡ ਮੈਡਲ ਆਪਾਂ ਜਿੱਤਿਆ ਸੀ 1958 ਦੇ ਵਿੱਚ। ਗੌਤਮ ਬੁੱਧ ਦਾ ਪਹਿਲਾ ਅਧਿਆਪਕ ਕੌਣ ਸੀ? ਇਹਦਾ ਅਧਿਆਪਕ ਹੈਗਾ ਸੀ ਅਲਾਰਾ ਕਲਾਮਾ, ਠੀਕ ਹੈ। ਮਾਈ ਇਨਕਾਊਂਟਰ ਇਨ ਪਾਰਲੀਮੈਂਟ, ਇਹ ਕਿਹਦੀ ਲਿਖੀ ਹੋਈ ਹੈ? ਇਹ ਲਿਖੀ ਹੋਈ ਹੈ ਭਾਈ ਬਾਲ ਚੰਦਰ ਮੰਗੇਸ਼ਕਰ ਦੀ। ਸਟੇਟ ਐਨੀਮਲ ਕਿਹੜਾ ਆਪਣਾ? ਕਾਲਾ ਹਿਰਨ, ਦਾ ਹਰੇਕ ਨੂੰ ਪਤਾ ਹੋਊ। ਹੀਰਾਕੁੰਡ ਡੈਮ, ਇਹ ਵੀ ਕਰਵਾਇਆ ਹੋਇਆ ਸਟੈਟਿਕ ਜੀਵਨ ਜੋ ਮਹਾਨਦੀ 'ਤੇ ਹੈ। ਰਾਜ ਦੇ ਨੀਤੀ ਨਿਰਦੇਸ਼ਕਾਂ ਦੇ ਵਿੱਚ 7 ਸਾਲ ਤੋਂ ਲੈ ਕੇ 14 ਸਾਲ ਤੱਕ, 7 ਸਾਲ ਤੋਂ ਲੈ ਕੇ 14 ਸਾਲ ਤੱਕ ਬੱਚਿਆਂ ਨੂੰ ਲਾਜ਼ਮੀ ਸਿੱਖਿਆ ਪ੍ਰਦਾਨ ਕਰਦੇ ਹਨ, ਠੀਕ ਹੈ। ਇਹ ਫੰਡਾਮੈਂਟਲ ਰਾਈਟ ਦੇ ਵਿੱਚ ਵੀ ਕਰਦੇ ਆ। ਫੰਡਾਮੈਂਟਲ ਰਾਈਟ ਕਿਹੜਾ ਹੈਗਾ? ਆਰਟੀਕਲ 21 ਦੇ ਵਿੱਚ ਵੀ ਇਹ ਗੱਲ ਕਹੀ ਗਈ ਹੈ। ਭਾਰਤੀ ਸੰਵਿਧਾਨ ਦਾ ਭਾਗ ਚੌਥਾ ਕਿਸ ਨਾਲ ਸੰਬੰਧਿਤ ਹੈ? ਇਹ ਭਾਈ ਹੈਗਾ ਗਾ ਫੰਡਾਮੈਂਟਲ ਡਿਊਟੀ ਨਾਲ ਸੰਬੰਧਿਤ। 10 ਹੈ, ਪਹਿਲਾਂ ਆਪਣੇ 11 ਹੁੰਦੀਆਂ ਸੀ। ਇਸ ਤੋਂ ਬਾਅਦ ਕਰੰਟ ਅਫੇਅਰ ਆ ਗਿਆ। ਕਹਿੰਦੇ ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ 2021 ਦੇ ਵਿੱਚ ਸਿਰਫ ਸਥਾਨਕ ਲੋਕਾਂ ਨੂੰ ਹੀ ਨੌਕਰੀਆਂ ਰਿਜ਼ਰਵ ਕਰਨ ਦਾ ਫੈਸਲਾ ਦਿੱਤਾ ਹੈ? ਇਹ ਕਿਤਾ ਲਦਾਖ ਨੇ। ਲਦਾਖ ਦੇ ਜ਼ਿਆਦਾ ਕਰੰਟ ਅਫੇਅਰ ਪੁੱਛ ਰਹੇ ਨੇ। ਹੇਠ ਲਿਖਿਆ ਵਿੱਚੋਂ ਕਿਹੜੇ ਦੇ ਵਿੱਚ 2 ਪੱਖੀ ਹੈ, ਮਤਲਬ ਬਾਈ ਕੈਮਰਲ ਸਟੇਟ ਹੈ, ਮਤਲਬ ਉੱਥੇ ਵਿਧਾਨ ਸਭਾ ਵੀ ਹੈਗੀ ਹੈ ਅਤੇ ਉੱਥੇ ਵਿਧਾਨ ਪ੍ਰੀਸ਼ਦ ਵੀ ਹੈਗੀ ਹੈ। ਆਪਣੇ ਨਹੀਂ ਹੈਗੀ, ਆਪਣੇ ਕਿਹੜੀ ਵਿਧਾਨ ਸਭਾ ਹੈਗੀ? ਤਾਂ ਬਿਹਾਰ ਦੇ ਵਿੱਚ ਹੈ ਭਾਈ,
6 ਸਟੇਟਾਂ ਜਿਹਦੇ ਵਿੱਚ ਹੈਗੀ ਇਹ। ਇਹਨਾਂ ਦੇ ਵਿੱਚੋਂ ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਹੁੰਦਾ ਉਹ ਕਿਹੜੀ ਵੋਟ ਨਹੀਂ ਕਰਵਾਉਂਦਾ ਇਹਨਾਂ ਦੇ ਵਿੱਚੋਂ? ਉਹ ਨਹੀਂ ਕਰਵਾਉਂਦਾ ਗ੍ਰਾਮ ਪੰਚਾਇਤ ਦੀ, ਇਹ ਕਰਵਾਉਂਦਾ ਬਈ ਸਟੇਟ ਇਲੈਕਸ਼ਨ ਕਮਿਸ਼ਨ। ਠੀਕ ਹੈ। ਰਾਸ਼ਟਰਪਤੀ ਦਾ ਔਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਦਾ ਪ੍ਰਤੀਕ ਕਿਹੜਾ ਗਾ? ਗੌਰਮੈਂਟ ਇੰਡੀਆ ਐਕਟ 1935। ਰਾਜਾਂ ਦੇ ਲਈ ਕਾਨੂੰਨ ਕਿੱਥੇ ਬਣਾਏ ਜਾਂਦੇ ਹਨ? ਰਾਜਾਂ ਦੇ ਲਈ, ਦੇਖੋ ਰਾਜਾਂ ਦੀ ਗੱਲ ਕਰ ਰਹੇ ਹਾਂ, ਰਾਜਾਂ ਦੇ ਲਈ ਜਿਹੜੇ ਕਾਨੂੰਨ ਬਣਾਏ ਜਾਂਦੇ ਆ ਉਹ ਬਣਾਏ ਜਾਂਦੇ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ। ਜੇ ਪੁੱਛਣਾ ਦੇਸ਼ ਲਈ ਕਿੱਥੇ ਬਣਾਇਆ ਜਾਂਦਾ ਗਾ, ਉਹ ਬਣਾਇਆ ਜਾਂਦਾ ਗਾ ਲੋਕ ਸਭਾ ਦੇ ਵਿੱਚ। 2023 ਇਹ ਵੀ ਤੁਹਾਨੂੰ ਕਰੰਟ ਅਫੇਅਰਾਂ ਦੇ ਵਿੱਚ ਕਰਵਾਇਆ ਹੋਇਆ ਹੈਗਾ। 2023 ਦਾ ਆਈਸੀਸੀ ਬਾਰੇ ਬਹੁਤ ਕੁਝ ਕਰਵਾਇਆ ਸੀ ਤੁਹਾਨੂੰ ਕਿ ਆਈਸੀਸੀ ਕਦੋਂ ਬਣੀ ਸੀ। ਠੀਕ ਹੈ, 1901 ਦੇ ਵਿੱਚ ਬਣੀ ਸੀ ਅਤੇ ਇਹਦਾ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ ਇਹਦਾ ਨਾਮ ਹੈਗਾ। ਠੀਕ ਹੈ, ਅਤੇ ਹੈੱਡਕੁਆਟਰ ਹੈ UAE ਦੁਬਈ ਦੇ ਵਿੱਚ। ਠੀਕ ਹੈ, ਇਹ ਗੱਲ ਕਰਵਾਈ ਸੀ। ਤਾਂ ਇਹ 2023 ਦਾ ਹੋਣਾ ਗਾ ਇੰਡੀਆ ਦੇ ਵਿੱਚ। ਕਹਿੰਦੇ ਜਿਹੜਾ ਇਹ ਬਿੱਲ ਆਫ ਇੰਟਰੋਡਿਊਸ ਪਾਰਲੀਮੈਂਟ ਬਾਏ ਏ ਮੈਂਬਰ ਆਫ ਅਦਰ ਮਿਨਿਸਟਰੀ ਨੋਨ, ਮੰਤਰੀ ਤੋਂ ਇਲਾਵਾ ਜੇ ਕੋਈ ਹੋਰ ਸੰਸਦ ਦੁਬਾਰਾ ਪੇਸ਼ ਕੀਤਾ ਗਿਆ ਬਿੱਲ ਕਿਹੜੇ ਨਾਮ ਵਜੋਂ ਜਾਣਿਆ ਜਾਂਦਾ ਹੈਗਾ? ਮੰਤਰੀ ਤੋਂ ਬਿਨਾਂ ਕੋਈ ਹੋਰ ਬੰਦਾ ਜੇ ਕੋਈ ਉਹ ਬਿੱਲ ਪਾਸ ਕਰਦਾ ਉਹਨੂੰ ਕਿਹੜੇ ਨਾਮ ਨਾਲ ਜਾਣਿਆ ਜਾਊ? ਉਹਨੂੰ ਕਿਹਾ ਜਾਊਗਾ ਪ੍ਰਾਈਵੇਟ ਬਿੱਲ। ਇਸ ਤੋਂ ਬਾਅਦ ਭਾਰਤ ਨੂੰ ਕਿੰਨੇ ਹੌਟ ਟੈਂਪਰੇਟ ਬਟ ਹੌਨੈਸਟ ਦੱਸਿਆ ਹੈ? ਭਾਰਤ ਨੂੰ ਹੌਟ ਟੈਂਪਰੇਟ ਬਟ ਹੌਨੈਸਟ ਦੱਸਿਆ ਕਿ ਥੋੜ੍ਹੇ ਗੁੱਸੇ ਵਾਲੇ ਤਾਂ ਹੈਗੇ ਆ ਪਰ ਕੀ ਆ, ਇਮਾਨਦਾਰ। ਇਹ ਕਿਹਾ ਹਿਊਂਗ ਸੰਗ ਨੇ। ਇਹ ਲਿਖਿਆ ਵਿੱਚ ਕਿਸ ਧਾਰਾ ਦੇ ਵਿੱਚ ਨਿਰਦੇਸ਼ ਵਿੱਚ ਗ੍ਰਾਮ ਪੰਚਾਇਤਾਂ ਦਾ ਪ੍ਰਬੰਧ ਕਰਨ ਦੀ ਵਿਵਸਥਾ ਆਉਂਦੀ ਹੈ? ਇਹ ਹੁੰਦੀ ਆਰਟੀਕਲ 40 ਦੇ ਵਿੱਚ। DPSP ਵਾਲੇ ਲੈਕਚਰ ਦੇ ਵਿੱਚ ਸਪੈਸ਼ਲ ਲਿਖਿਆ ਹੋਇਆ ਹੈਗਾ। ਆਹ ਪ੍ਰਸ਼ਨ ਦੁਬਾਰਾ ਫੇਰ ਰਿਪੀਟ ਹੋ ਗਿਆ ਇਹਨਾਂ ਪੇਪਰਾਂ ਦੇ ਵਿੱਚ। ਬੰਗਾਲ ਅਤੇ ਪੰਜਾਬ ਦੀ ਇਹ ਪ੍ਰਸ਼ਨ ਇਹ ਵੀ ਸਰ ਰੈਡ ਲਿਫ ਹੀ ਆਊਗਾ ਆਨਸਰ। 20 ਨੰਬਰ ਆਪਸ਼ਨ ਹੀ ਇਹਦਾ ਆਨਸਰ। ਠੀਕ ਹੈ, ਬੰਗਾਲ ਤੇ ਇਹਦੇ ਵਿੱਚ ਜਿਹੜੀ ਕੇਂਦਰੀ ਉਹ ਬਣਾਈ ਸੀ। ਇਸ ਤੋਂ ਬਾਅਦ ਅਗਲਾ, ਕੌਣ ਭਾਰਤੀ ਰਾਜਾਂ ਵਿੱਚ ਸੰਸਦੀ ਸਿਕੰਦਰ ਨਿਯੁਕਤ ਕਰਦਾ ਹੈ ਜੋ ਵਿਧਾਨ ਸਭਾ ਦੇ ਮੈਂਬਰ ਬਣਦੇ ਹਨ? ਇਹ ਕਰਦਾ ਬਈ ਚੀਫ ਮਿਨਿਸਟਰ। ਕਿਹੜੇ ਹਾਲਾਤਾਂ ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਆਪਣੇ ਵਿਵੇਕ ਦੀ ਵਰਤੋਂ ਕਰਦੇ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦੇ ਹਨ? ਤਾਂ ਇਹ ਕਰਦੇ ਆ ਭਾਈ ਬਿਨ ਕੋਈ ਵੀ ਰਾਜਨੀਤਿਕ ਪਾਰਟੀ ਲੋਕ ਸਭਾ ਵਿੱਚ ਸਪਸ਼ਟ ਬਹੁਮਤ ਪ੍ਰਾਪਤ ਨਹੀਂ ਕਰ ਸਕਦੀ। ਠੀਕ ਹੈ, ਇਹ ਨੰਬਰ ਆਪਸ਼ਨ ਇਹਦਾ ਆਨਸਰ ਆ ਜਾਊਗਾ। ਪਹਿਲੀ ਐਂਗਲੋ ਸਿੱਖ ਵਾਰ ਕਿੱਥੇ ਲੜੀ ਗਈ ਸੀ? ਦੇਖੋ ਐਂਗਲੋ ਸਿੱਖ ਵਾਰਾਂ ਤੁਹਾਨੂੰ ਕਰਵਾਈਆਂ ਹੋਈਆਂ ਮੈਂ। ਠੀਕ ਹੈ, ਪਹਿਲੀ ਲੜਾਈ ਦੇ ਵਿੱਚ 5 ਹੋਈਆਂ ਸੀ, ਦੂਸਰੀ ਵਿੱਚ 4 ਹੋਈਆਂ ਸੀ। ਇਹ ਹੋਈ ਸੀ ਫਿਰੋਜ਼ਪੁਰ ਦੇ ਵਿੱਚ। ਜੋ ਸੰਸਦ ਦੇ ਵਿੱਚ ਬਿੱਲ ਪੇਸ਼ ਕੀਤਾ ਜਾਂਦਾ ਕਿੰਨੇ ਵਾਰੀ ਪੜ੍ਹਿਆ ਜਾਂਦਾ? 3 ਵਾਰੀ ਪੜ੍ਹਿਆ ਜਾਂਦਾ। ਸਭ ਤੋਂ ਪਹਿਲਾਂ ਜਦੋਂ ਬਿੱਲ ਪੇਸ਼ ਕਰਦੇ ਆ ਉਦੋਂ ਪੜ੍ਹਦਾ, ਇਹ ਤੋਂ ਬਾਅਦ ਸਪੀਕਰ ਪੜ੍ਹਦਾ, ਇਹ ਤੋਂ ਬਾਅਦ ਪਾਸ ਹੋਣ ਤੋਂ ਬਾਅਦ ਫਿਰ ਪੜ੍ਹਿਆ ਜਾਂਦਾ। 3 ਵਾਰੀ ਪੜ੍ਹਿਆ ਜਾਂਦਾ ਕੋਈ ਵੀ ਬਿੱਲ ਸੰਸਦ ਦੇ ਵਿੱਚ। ਹੇਠ ਲਿਖਿਆ ਵਿੱਚੋਂ ਕਿਹੜਾ ਸਥਾਨ ਹੈ ਜਿਹੜਾ ਅਲਕਨੰਦਾ ਦੇ ਭਾਗੀਰਥੀ ਨਦੀਆਂ ਨੂੰ ਬੁਲਾਉਂਦਾ ਹੈ? ਇਹ ਹੈਗਾ ਦੇਵ ਪ੍ਰਯਾਗ। ਇਹ ਮਤਲਬ ਇੱਥੇ ਮਿਲਦੀਆਂ ਬਈ ਨਦੀਆਂ ਭਾਗੀਰਥੀ। ਠੀਕ ਹੈ, ਭਾਗੀਰਥੀ ਨੂੰ ਗੰਗਾ ਨਦੀ ਕਹਿ ਦਿੰਦੇ ਆ। ਸੁਪਰੀਮ ਕੋਰਟ ਦੇ ਜੱਜਾਂ ਦੀ ਤਨਖਾਹ ਕੌਣ ਨਿਯੁਕਤ ਕਰਦਾ ਗਾ? ਸੰਸਦ। ਠੀਕ ਹੈ। ਅੰਤਰਰਾਸ਼ਟਰੀ ਕਰਾਟੇ ਖਿਡਾਰੀ ਹਰਦੀਪ ਕੌਰ ਕਿਹੜੇ ਜ਼ਿਲ੍ਹੇ ਦੇ ਵਿੱਚ ਹੈਗੇ? ਮਾਨਸਾ ਜ਼ਿਲ੍ਹੇ ਦੀ। ਇਸ ਤੋਂ ਬਾਅਦ ਭਾਰਤ ਵਿੱਚ ਰੇਡੀਓ ਸਾਇੰਸ ਦੇ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਰੇਡੀਓ ਸਾਇੰਸ ਦੇ ਪਿਤਾ ਇਹ ਮੇਰੇ ਹਿਸਾਬ 'ਤੇ ਕਿਹਾ ਜਾਂਦਾ ਗਾ JC ਬੋਸ ਨੂੰ ਕਿਹਾ ਜਾਂਦਾ ਗਾ। ਠੀਕ ਹੈ, JC ਬੋਸ ਇਹਦਾ ਆਨਸਰ ਆਊਗਾ। ਬਲਾਕ ਪੱਧਰ 'ਤੇ ਪੰਚਾਇਤੀ ਰਾਜ ਸੰਸਥਾ ਨੂੰ ਦਿਵਸ ਵਜੋਂ ਜਾਣਿਆ ਜਾਂਦਾ ਹੈ ਤੇ ਰਾਜ ਸੰਸਦ ਨੂੰ ਕਿਸ ਨਾਲ ਜਾਣਿਆ ਜਾਂਦਾ? ਇਹ ਜਾਣਿਆ ਜਾਂਦਾ ਪੰਚਾਇਤ ਸੰਮਤੀ ਨਾਲ। 20 ਨੰਬਰ ਆਪਸ਼ਨ ਨਾਲ ਜਾਣਿਆ ਜਾਂਦਾ। ਠੀਕ ਹੈ, ਕਿਹੜਾ 2 ਵਾਰੀ ਉਪ ਰਾਸ਼ਟਰਪਤੀ ਬਣਿਆ? ਤਾਂ ਜਵਾਕਾਂ ਨੂੰ ਵੀ ਪਤਾ ਹੋ ਜਿਹੜੇ ਪਹਿਲੀ ਵਾਰ ਤਿਆਰੀ ਕਰਨ ਲੱਗਿਆ, ਡਾਕਟਰ S ਰਾਧਾ ਕ੍ਰਿਸ਼ਨ। ਠੀਕ ਹੈ, ਇਹਨੂੰ 2 ਵਾਰੀ ਉਪ ਰਾਸ਼ਟਰਪਤੀ ਦਾ ਉਹਦਾ ਮਿਲਿਆ ਇਹਨਾਂ ਨੂੰ। ਤਾਂ ਮੇਨ ਪਰਪਸ ਆਫ ਵਾਟਰ ਸ਼ੇਡ ਮੈਨੇਜਮੈਂਟ ਸਟ੍ਰੈਟਜੀ ਆਫ ਇੰਡੀਆ ਦਾ ਉਦੇਸ਼ ਕੀ ਹੈਗਾ? ਇਹਦਾ ਕੀ ਉਦੇਸ਼ ਹੈ? ਇਹਦਾ ਉਦੇਸ਼ ਹੈਗਾ ਭਾਈ ਪ੍ਰਮੋਟ ਸਿਲਵੀਕਲਚਰ। ਸਿਲਵੀਕਲਚਰ ਹੁੰਦੀ ਮੱਛੀਆਂ ਦੀ, ਮਤਲਬ ਮੱਛੀਆਂ ਦੀ ਖੇਤੀ ਨੂੰ ਆਪਾਂ ਸਿਲਵੀਕਲਚਰ ਕਹਿ ਦਿੰਦੇ ਹਾਂ। ਹੇਠ ਲਿਖਿਆ ਵਿੱਚ ਇਹਨਾਂ ਦੀ ਸਭ ਤੋਂ ਵੱਡੀ ਕਮੇਟੀ ਕਿਹੜੀ ਹੈ? ਸਭ ਤੋਂ ਵੱਡੀ ਕਮੇਟੀ ਕੀ ਐਸਟੀਮੇਟ ਕਮੇਟੀ। ਇਹ 'ਚ 30 ਮੈਂਬਰ ਹੁੰਦੇ ਆ। 15 ਲੋਕ ਸਭਾ ਦੇ ਹੁੰਦੇ ਆ, 15 ਰਾਜ ਸਭਾ ਦੇ ਹੁੰਦੇ ਆ। ਦੂਜੀਆਂ ਦੇ ਵਿੱਚ 15 ਮੈਂਬਰ ਹੀ ਹੁੰਦੇ ਆ। ਇਹਦੇ ਵਿੱਚ 7 ਲੋਕ ਸਭਾ, ਬਾਕੀ ਰਾਜ ਸਭਾ। ਰਾਜ ਦਾ ਨੀਤੀ ਨਿਰਦੇਸ਼ਕ ਸਿਧਾਂਤ ਕੀ ਹੈ? ਕਹਿੰਦੇ ਜਸਟੀਫਾਈ ਹੈ, ਨੌਨ ਜਸਟੀਫਾਈ ਹੈ, ਲਾਜ਼ਮੀ ਹੈ ਕਿ ਨੌਨ ਅਵਦੱਦ? ਲਾਜ਼ਮੀ ਨਹੀਂ ਹੈਗਾ ਇਹ, ਮੰਨੋ ਨਾ ਮੰਨੋ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਜਸਟੀਫਾਈ ਦਾ ਮਤਲਬ ਇਹ 'ਚ ਕੋਈ ਸਜ਼ਾ ਨਹੀਂ ਹੋ ਸਕਦੀ। ਇਹ ਕੀ ਹੈ? ਨੌਨ ਜਸਟੀਫਾਈ ਹੈ।
ਇਹਨਾਂ ਹੇਠ ਲਿਖਿਆਂ ਵਿੱਚੋਂ ਕਿਹੜੀ ਏਜੰਸੀ ਸਥਾਨਕ ਸੰਸਥਾਵਾਂ ਦੇ ਲਈ ਚੋਣਾਂ ਕਰਵਾਉਂਦੀ ਹੈ? ਸਥਾਨਕ ਸੰਸਥਾਵਾਂ ਵਾਸਤੇ ਕਿਹੜੀ ਚੋਣਾਂ ਕਰਵਾਉਂਦੀ ਹੈ? ਠੀਕ ਹੈ, ਲੋਕਲ ਬੋਡੀ ਤਾਂ ਫਿਰ ਸਟੇਟ ਇਲੈਕਸ਼ਨ ਕਮਿਸ਼ਨ ਹੀ ਕਰਵਾਊਗਾ। ਬੀ ਨੰਬਰ ਆਪਸ਼ਨ। ਇਹਨਾਂ ਦੇ ਵਿੱਚੋਂ ਆਰਬੀ ਨੇ ਹਾਲ ਦੇ ਵਿੱਚ ਹੀ ਜੀ ਚਤੁਰਬੇਦੀ ਨੂੰ ਹੇਠ ਲਿਖੇ ਕਿਸ ਬੈਂਕ ਦਾ ਪਾਰਟ ਟਾਈਮ ਚੇਅਰਮੈਨ ਲਾਤਾ? ਤਾਂ ਇਹ ਲਾਇਆ ਭਾਈ ICICI ਨੇ। ਠੀਕ ਹੈ, ਇਹ ਨਾਲ ਆਪਣੇ ਸਾਰੇ ਕੰਪਲੀਟ ਹੋ ਗਏ ਅਤੇ ਮੈਂ ਮੇਨ ਹੀ ਕਰਵਾਏ ਆ। ਬਾਕੀ ਇਹ ਆંકੜੇ ਹੁੰਦੇ ਆ ਪੁੱਤਰੋ, ਜੇ ਕਿਸੇ ਪੋਜੀਸ਼ਨ 'ਚ ਇੱਕ ਦੀ ਗਲਤ ਹੋ ਗਈ ਤਾਂ ਮੈਂਡ ਨਾ ਕਰਿਓ, ਕਿਉਂਕਿ ਇਹ ਆંકੜੇ ਆ ਉਹ ਬੋਰਡ 'ਤੇ ਡਿਪੈਂਡ ਕਰਦਾ ਕਿ ਉਹ ਕਿਵੇਂ ਪੇਪਰ ਅਤੇ ਕਿਵੇਂ ਆਨਸਰ ਕੀ ਦੇ ਵਿੱਚ ਦਿੰਦੇ ਆ। ਠੀਕ ਹੈ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ।